ਸਤਿ ਸ਼੍ਰੀ ਅਕਾਲ ਜੀ। ਮੈਂ ਅਧਿਆਪਕ ਤੁਹਾਡਾ ਸਵਾਗਤ ਕਰਦਾ ਹਾਂ ਮੇਰੇ ਇਸ YouTube ਚੈਨਲ ਤੇ। ਅੱਜ ਅਸੀਂ ਲਾਸਟ ਲੈਕਚਰ 5th ਕਰਨ ਜਾ ਰਹੇ ਹਾਂ ਸਟੈਟਿਸਟਿਕਸ ਦਾ। ਹਰ ਐਤਵਾਰ ਅਸੀਂ ਇੱਕ ਟੈਸਟ ਸੀਰੀਜ਼ ਸ਼ੁਰੂ ਕੀਤੀ ਹੈ ਅਤੇ ਇਸ ਐਤਵਾਰ ਅਸੀਂ ਸਟੈਟਿਸਟਿਕਸ ਚੈਪਟਰ ਦਾ ਜਿਹੜਾ ਟੈਸਟ ਰੱਖਿਆ ਹੈ। ਇਹ ਟੈਸਟ ਰਾਜੇ 80 ਨੰਬਰ ਦਾ ਹੋਵੇਗਾ। 80 ਜਿਹੜੇ ਨੇ ਕੁਐਸਚਨਸ ਆਉਣਗੇ ਅਤੇ 80 ਹੀ ਤੁਹਾਡੇ ਕੋਲ ਮਿੰਟ ਹੋਣਗੇ। ਤਾਂ ਤੁਸੀਂ ਇਮਾਨਦਾਰੀ ਦੇ ਨਾਲ 80 ਮਿੰਟ ਦਾ ਟਾਈਮਰ ਲਗਾ ਕੇ ਇਸ ਟੈਸਟ ਨੂੰ ਕੰਪਲੀਟ ਕਰ ਦੇਣਾ ਹੈ। ਜਿਹੜੀ ਅਸਾਈਨਮੈਂਟਸ ਮੈਂ ਤੁਹਾਡੇ ਨਾਲ ਟੈਲੀਗ੍ਰਾਮ ਚੈਨਲ 'ਤੇ ਸ਼ੇਅਰ ਕਰਦਾ ਹਾਂ ਇਸ ਚੈਪਟਰ ਦੇ ਨਾਲ ਰਿਲੇਟਡ, ਉਹਨਾਂ ਦੇ ਵਿੱਚ ਜਿੰਨੇ ਵੀ ਕੁਐਸਚਨਸ ਨੇ ਉਹ ਮੈਂ ਸਾਰੇ ਦੇ ਸਾਰੇ ਕੁਐਸਚਨ ਅਸਾਈਨਮੈਂਟ ਦੇ ਟੈਸਟ ਦੇ ਵਿੱਚ ਜ਼ਰੂਰ ਪਾਊਂਗਾ। ਤਾਂ ਤੁਸੀਂ ਅਸਾਈਨਮੈਂਟ ਦੇ ਸਾਰੇ ਕੁਐਸਚਨ ਪ੍ਰੈਕਟਿਸ ਕਰ ਲੈਣੇ ਨੇ ਅਤੇ ਕੋਈ ਵੀ ਡਾਊਟ ਹੋਵੇ ਤਾਂ ਮੈਨੂੰ WhatsApp ਗਰੁੱਪ ਦੇ ਵਿੱਚ ਜ਼ਰੂਰ ਪੁੱਛਣਾ ਰਾਜੇ। ਹੁਣ ਗੱਲ ਆ ਗਈ ਕਿ ਰਾਜੇ ਅਸੀਂ ਜਿਹੜਾ ਟੈਸਟ ਹੈ ਉਹਦਾ ਟਾਈਮ ਹੈ ਉਹ 3 ਵਜੇ ਦਾ ਹੋਵੇਗਾ ਅਤੇ ਜਿਹੜਾ ਟੈਸਟ ਦਾ ਸੋਲਿਊਸ਼ਨ ਵੀਡੀਓ ਹੈ ਉਹ ਮੈਂ ਰਾਤ ਨੂੰ 9 ਵਜੇ ਐਤਵਾਰ ਨੂੰ ਰਾਤ ਨੂੰ 9 ਵਜੇ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗਾ ਅਤੇ ਤੁਸੀਂ ਸੋਮਵਾਰ ਨੂੰ ਮੇਰੇ ਨਾਲ ਜਿਹੜਾ ਹੈ ਆਪਣੇ ਮਾਰਕਸ WhatsApp ਗਰੁੱਪ ਦੇ ਵਿੱਚ ਸ਼ੇਅਰ ਕਰ ਦਿਓ। ਇਹ ਟੈਸਟ ਜਿਹੜੇ ਨੇ ਹਰ ਐਤਵਾਰ ਹੋਣਗੇ ਜੇ ਸਾਡਾ ਕੋਈ ਵੀ ਚੈਪਟਰ ਕੰਪਲੀਟ ਹੋ ਜਾਂਦਾ ਹੈ, ਕਿਉਂਕਿ ਇੱਕ ਹਫ਼ਤੇ ਦੇ ਵਿੱਚ ਅਸੀਂ ਚੈਪਟਰ ਕੰਪਲੀਟ ਕਰ ਲਵਾਂਗੇ। ਨੈਕਸਟ ਇੱਕ ਹਫ਼ਤੇ ਦੇ ਵਿੱਚ ਸਾਡਾ ਜੋ ਵੀ ਚੈਪਟਰ ਕੰਪਲੀਟ ਹੁੰਦਾ ਹੈ ਤਾਂ ਉਹਦਾ ਟੈਸਟ ਜਿਹੜਾ ਉਹ ਐਤਵਾਰ ਨੂੰ ਹੋਵੇਗਾ। ਤਾਂ ਹਰ ਐਤਵਾਰ ਨੂੰ ਤੁਸੀਂ ਆਪਣਾ ਜੋ ਪੜ੍ਹਾਇਆ ਗਿਆ ਉਹਨੂੰ ਡੇਲੀ ਪੜ੍ਹੋ, ਪ੍ਰੈਕਟਿਸ ਕਰੋ ਅਤੇ ਕੋਈ ਵੀ ਡਾਊਟ ਹੋਵੇ ਤਾਂ ਮੈਨੂੰ WhatsApp ਗਰੁੱਪ ਦੇ ਵਿੱਚ ਜ਼ਰੂਰ ਪੁੱਛੋ। ਸਭ ਤੋਂ ਪਹਿਲਾਂ ਅਸੀਂ ਕਰਨ ਜਾ ਰਹੇ ਹਾਂ ਪ੍ਰੋਪਰਟੀਜ਼ ਆਫ ਅਰਥਮੈਟਿਕ ਮੀਨ, ਜਿਓਮੈਟ੍ਰਿਕ ਮੀਨ ਅਤੇ ਹਾਰਮੋਨਿਕ ਮੀਨ। ਅਰਥਮੈਟਿਕ ਮੀਨ ਨੂੰ ਮੈਂ ਰਿਪਰਜੈਂਟ ਕੀਤਾ ਕੈਪੀਟਲ A ਨਾਲ, ਜਿਓਮੈਟ੍ਰਿਕ ਮੀਨ ਨੂੰ ਮੈਂ ਰਿਪਰਜੈਂਟ ਕੀਤਾ ਕੈਪੀਟਲ G ਦੇ ਨਾਲ, ਹਾਰਮੋਨਿਕ ਮੀਨ ਨੂੰ ਮੈਂ ਰਿਪਰਜੈਂਟ ਕੀਤਾ ਕੈਪੀਟਲ H ਦੇ ਨਾਲ। ਅਸੀਂ ਆਲਰੇਡੀ ਜਿਹੜੇ ਹੈ ਫਾਰਮੂਲੇ ਡਿਸਕਸ ਕੀਤੇ ਸੀ ਲਾਸਟ ਲੈਕਚਰ ਦੇ ਵਿੱਚ ਅਰਥਮੈਟਿਕ ਮੀਨ ਦੇ, ਜਿਓਮੈਟ੍ਰਿਕ ਮੀਨ ਦੇ ਅਤੇ ਹਾਰਮੋਨਿਕ ਮੀਨ ਦੇ, ਅਤੇ ਅਸੀਂ ਰਿਲੇਸ਼ਨ ਵੀ ਪੜ੍ਹੀ ਸੀਗੀ ਰਾਜੇ ਅਰਥਮੈਟਿਕ ਮੀਨ ਅਤੇ ਹਾਰਮੋਨਿਕ ਮੀਨ ਦੇ ਵਿੱਚ, ਅਤੇ ਇਹਨਾਂ ਨਾਲ ਰਿਲੇਟਡ ਮੈਂ ਅਸਾਈਨਮੈਂਟ ਦੇ ਵਿੱਚ ਕੁਐਸਚਨ ਵੀ ਸਾਨੂੰ ਅਪਲੋਡ ਕੀਤੇ ਸੀ। ਤਾਂ ਸਭ ਤੋਂ ਪਹਿਲਾਂ ਗੱਲ ਕਰੀਏ, ਇੱਥੇ ਅਸੀਂ ਕੰਡੀਸ਼ਨ ਲਾਈ ਹੈ। ਕੰਡੀਸ਼ਨ ਇਹ ਲਾਈ ਹੈ ਕਿ A ਅਤੇ B ਸਾਡੇ ਕੋਲ 2 ਨੰਬਰਸ ਨੇ ਜਿਹੜੇ ਕਿ ਦੋਨੇ ਦੇ ਦੋਨੇ ਹੀ ਪੋਜ਼ੀਟਿਵ ਨੇ। ਕਹਿਣ ਦਾ ਮਤਲਬ ਨਾ ਹੀ ਤਾਂ ਉਹ 0 ਆ ਅਤੇ ਨਾ ਹੀ ਉਹ ਨੈਗੇਟਿਵ ਨੇ। ਇਹ ਕੰਡੀਸ਼ਨ ਕਿਉਂ ਲਗਾਏਗੀ? ਕਿਉਂਕਿ ਸਾਨੂੰ ਪਤਾ ਜਦੋਂ ਅਸੀਂ ਜਿਓਮੈਟ੍ਰਿਕ ਮੀਨ ਫਾਈਂਡ ਆਊਟ ਕਰਦੇ ਹਾਂ ਤਾਂ ਸਾਡੇ ਕੋਲ ਇੱਕ ਕੰਡੀਸ਼ਨ ਹੁੰਦੀ ਹੈ ਵੀ A ਅਤੇ B ਜਿਹੜੇ ਨੇ ਉਹ ਨੈਗੇਟਿਵ ਨਹੀਂ ਹੋਣੇ ਚਾਹੀਦੇ, ਹੈ ਨਾ। ਅਤੇ ਜਦੋਂ ਅਸੀਂ ਹਾਰਮੋਨਿਕ ਮੀਨ ਫਾਈਂਡ ਆਊਟ ਕੀਤਾ ਸੀ ਅਤੇ ਅਸੀਂ ਉੱਥੇ ਕੰਡੀਸ਼ਨ ਲਗਾਈ ਸੀਗੀ ਕਿ ਵੀ ਜਿਹੜੇ A ਅਤੇ B ਨੇ ਉਹ ਸਾਡੇ ਕੋਲ 0 ਨਹੀਂ ਹੋਣੇ ਚਾਹੀਦੇ। ਤਾਂ ਮੈਂ ਇਹਨਾਂ ਦੋਨਾਂ ਕੰਡੀਸ਼ਨ ਨੂੰ ਕੰਬਾਈਨ ਕਰਕੇ ਇੱਥੇ ਲਿਖ ਦਿੱਤਾ ਵੀ ਨਾ ਤਾਂ A ਅਤੇ B 0 ਹੋਣੇ ਚਾਹੀਦੇ ਹੈ ਅਤੇ ਨਾ ਹੀ A ਅਤੇ B ਸਾਡੇ ਕੋਲ ਨੈਗੇਟਿਵ ਹੋਣੇ ਚਾਹੀਦੇ ਹੈ। ਤਾਂ ਇਹਦਾ ਮਤਲਬ A ਅਤੇ B ਸਾਡੇ ਕੋਲ ਗ੍ਰੇਟਰ ਦੈਨ ਹੋਣਗੇ 0 ਦੇ, ਨਾ ਹੀ ਤਾਂ ਹੁਣ ਉਹ ਨੈਗੇਟਿਵ ਨੇ ਅਤੇ ਨਾ ਹੀ ਉਹ 0 ਦੇ ਬਰਾਬਰ ਨੇ। ਇਹ ਦੋਨੇ ਕੰਡੀਸ਼ਨ ਜਿਹੜੀਆਂ ਨੇ ਉਹਨਾਂ ਨੂੰ ਮੈਂ ਕੰਬਾਈਨ ਕਰਕੇ ਇੱਥੇ ਲਿਖ ਦਿੱਤਾ। ਕਿਉਂ ਲਿਖਿਆ? ਕਿਉਂਕਿ ਅਸੀਂ ਪ੍ਰੋਪਰਟੀਜ਼ ਪੜ੍ਹਨੀਆਂ ਨੇ ਤਿੰਨਾਂ ਦੇ, ਤੇ ਇਹ ਅਰਥਮੈਟਿਕ ਮੀਨ ਦੀ ਵੀ, ਜਿਓਮੈਟ੍ਰਿਕ ਮੀਨ ਦੀ ਵੀ ਅਤੇ ਹਾਰਮੋਨਿਕ ਮੀਨ ਦੀ ਵੀ। ਸਭ ਤੋਂ ਪਹਿਲੀ ਪ੍ਰੋਪਰਟੀ ਹੈ, ਕਹਿੰਦੇ ਅਗਰ A ਅਤੇ H ਨੂੰ ਮਲਟੀਪਲਾਈ ਕਰ ਦਈਏ ਉਹ ਬਰਾਬਰ ਹੁੰਦਾ ਹੈ G² ਦੇ। ਅਸੀਂ ਇਸ ਪ੍ਰੋਪਰਟੀ ਨੂੰ ਪ੍ਰੂਫ ਕਰਕੇ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਅਸੀਂ A×H ਕਰੀਏ ਤਾਂ ਸਾਡੇ ਕੋਲ ਆ ਜਾਓ ਰਾਜੇ A+B/2 ਇੰਟੂ ਆ ਜਾਓ ਆਪਣੇ ਕੋਲ 2AB/A+B। ਅਤੇ ਅਗਰ ਅਸੀਂ ਇਹਨੂੰ ਕੈਂਸਲ ਆਊਟ ਕਰ ਦਈਏ A+B ਨੂੰ ਤਾਂ ਸਾਡੇ ਕੋਲ 2 ਵੀ ਕੈਂਸਲ ਆਊਟ ਹੋ ਜੂ। ਤਾਂ ਸਾਡੇ ਕੋਲ A×H, A ਰਿਪਰਜੈਂਟ ਕਰ ਰਿਹਾ ਅਰਥਮੈਟਿਕ ਮੀਨ ਨੂੰ, H ਰਿਪਰਜੈਂਟ ਕਰ ਰਿਹਾ ਹਾਰਮੋਨਿਕ ਮੀਨ ਨੂੰ। ਤਾਂ A×H ਸਾਡੇ ਕੋਲ ਕਿੰਨਾ ਆ ਗਿਆ ਰਾਜੇ? A×B, ਸਮਾਲ a×B। ਅਤੇ ਸਮਾਲ a×B ਨੂੰ ਮੈਂ ਇਸ ਤਰ੍ਹਾਂ ਲਿਖ ਸਕਦਾ ਹਾਂ, ਸਕੇਅਰ ਰੂਟ ਕਰਕੇ ਉਹਨਾਂ ਦਾ ਸਕੇਅਰ ਕਰ ਦੇਵਾਂ ਤਾਂ ਇੱਕੋ ਹੀ ਗੱਲ ਹੈ। ਅਤੇ ਸਾਨੂੰ ਪਤਾ ਸਕੇਅਰ ਰੂਟ ਆਫ AB ਕਾਹਦੇ ਬਰਾਬਰ ਹੁੰਦਾ ਸਾਡੇ ਕੋਲ? ਉਹ ਬਰਾਬਰ ਹੁੰਦਾ ਕੈਪੀਟਲ G ਦੇ, ਜਿਓਮੈਟ੍ਰਿਕ ਮੀਨ ਦੇ। ਤਾਂ ਮੈਨੂੰ ਇਸ ਤਰ੍ਹਾਂ ਵੀ ਲਿਖ ਸਕਦਾ ਹਾਂ G²। ਤਾਂ ਇੱਥੋਂ ਸਾਡੇ ਕੋਲ ਕੀ ਆ ਗਿਆ? G² ਬਰਾਬਰ ਹੈ A×H ਦੇ। ਤਾਂ ਇੱਥੇ ਸਾਡੇ ਕੋਲ ਫਸਟ ਪ੍ਰੋਪਰਟੀ ਪ੍ਰੂਫ ਹੋ ਜਾਂਦੀ ਹੈ ਕਿ ਜਿਹੜਾ ਜਿਓਮੈਟ੍ਰਿਕ ਮੀਨ ਆ ਉਹਦਾ ਸਕੇਅਰ ਕਰ ਦੋਗੇ ਤਾਂ ਉਹਦੀ ਵੈਲਿਊ ਬਰਾਬਰ ਆ ਜੂਗੀ ਅਰਥਮੈਟਿਕ ਮੀਨ ਇੰਟੂ ਹਾਰਮੋਨਿਕ ਮੀਨ ਦੇ ਇਕੁਅਲ। ਹਾਰਮੋਨਿਕ ਮੀਨ ਦੇ ਹੁਣ ਪ੍ਰੋਪਰਟੀ ਜਿਹੜੀ ਹੈ ਸਾਡੇ ਕੋਲ ਸੈਕਿੰਡ ਪ੍ਰੋਪਰਟੀ ਦੇਖ ਲੈਂਦੇ ਹਾਂ। ਅਗਰ ਕਹਿੰਦੇ A ਅਤੇ B ਦੋਨੇ ਸੇਮ ਨੇ, ਦੋਨੇ ਨੰਬਰ ਸੇਮ ਨੇ, ਮਤਲਬ 2 ਦੇ ਰੱਖਿਆ, 3 ਦੇ ਰੱਖਿਆ, 7 ਦੇ ਰੱਖਿਆ, ਕੋਈ ਵੀ, ਪਰ ਉਹਨਾਂ ਦੀ ਵੈਲਿਊ ਜਿਹੜੀ ਹੈ ਉਹ ਨੈਗੇਟਿਵ ਨਹੀਂ ਹੋਣੀ ਚਾਹੀਦੀ, ਨਾ ਹੀ 0 ਹੋਣੀ ਚਾਹੀਦੀ ਹੈ। ਤਾਂ ਆਪਾਂ ਕਹਾਂਗੇ ਵੀ A ਬਰਾਬਰ ਹੈ G ਦੇ ਅਤੇ G ਬਰਾਬਰ ਹੈ H ਦੇ, ਅਤੇ ਅਸੀਂ ਕਹਾਂਗੇ ਤਿੰਨੇ ਹੀ ਇੱਕ ਦੂਸਰੇ ਦੇ ਬਰਾਬਰ ਨੇ। ਕਿਸ ਤਰ੍ਹਾਂ? ਲੈਟ ਸਪੋਜ਼ ਅਸੀਂ ਕੀਤਾ A ਬਰਾਬਰ B ਲੈ ਲਿਆ, ਹੈ ਨਾ। B ਦੀ ਜਗ੍ਹਾ ਹੁਣ ਅਸੀਂ A ਲਿਖ ਸਕਦੇ ਹਾਂ ਅਤੇ ਜਿਹੜੇ ਆ ਫਾਰਮੂਲੇ ਨੇ ਇਹਨਾਂ ਦੇ ਵਿੱਚ B ਦੀ ਜਗ੍ਹਾ 'ਤੇ A ਪੁੱਟ ਕਰ ਦਾਂਗੇ। ਤਾਂ ਅਰਥਮੈਟਿਕ ਮੀਨ ਸਾਡੇ ਕੋਲ ਆ ਜੂ 2A/2 ਬਰਾਬਰ ਹੈ A ਦੇ। ਜਿਓਮੈਟ੍ਰਿਕ ਮੀਨ ਸਾਡੇ ਕੋਲ ਕਿੰਨਾ ਆ ਜੂ? ਉਹ ਆ ਜੂ ਆਪਣੇ ਕੋਲ A×A ਦੀ ਪਾਵਰ ਹਾਫ, A ਵੀ ਇਕੁਅਲ ਆ ਗਿਆ A ਦੇ। ਅਤੇ ਹਾਰਮੋਨਿਕ ਮੀਨ ਆਪਣੇ ਕੋਲ ਕਿੰਨਾ ਆ ਜੂਗਾ? ਹਾਰਮੋਨਿਕ ਮੀਨ ਸਾਡੇ ਕੋਲ ਆ ਜੂਗਾ ਰਾਜੇ ਬਰਾਬਰ 2×A/A+A ਦੇ। ਤਾਂ ਇਹ ਆਪਣੇ ਕੋਲ ਆ ਗਿਆ 2A² ਡਿਵਾਈਡਡ ਬਾਈ 2A ਦੇ। ਤਾਂ ਆਨਸਰ ਆ ਗਿਆ A।
ਤਾਂ ਇੱਥੋਂ ਪਤਾ ਚੱਲਦਾ ਹੈ ਕਿ ਜਿਹੜੇ ਨੰਬਰ ਨੇ ਅਗਰ ਸੇਮ ਦਿੱਤੇ ਨੇ ਤਾਂ A G H ਦੇ ਬਰਾਬਰ ਹੁੰਦਾ ਹੈ ਸਾਡੇ ਕੋਲ। ਤੇ ਅਸੀਂ ਮੀਨ ਮੋਡ ਤੇ ਮੀਡੀਅਨ ਦੇ ਕੇਸ ਦੇ ਵਿੱਚ ਵੀ ਪੜ੍ਹਿਆ ਸੀ ਕਿ ਸਾਡੇ ਕੋਲ ਆਬਜ਼ਰਵੇਸ਼ਨ ਸਾਰੀਆਂ ਸੇਮ ਹੋਣ ਤਾਂ ਉਹਦੇ ਵਿੱਚ ਵੀ ਅਰਥਮੈਟਿਕ ਮੀਨ ਤੇ ਮੋਡ ਤੇ ਮੀਡੀਅਨ ਤਿੰਨੇ ਇੱਕ ਦੂਸਰੇ ਦੇ ਕੀ ਹੁੰਦੇ ਨੇ, ਇਕੁਅਲ ਹੁੰਦੇ ਨੇ। ਤਾਂ ਤੁਸੀਂ ਜਿਹੜਾ ਰਾਜੇ ਕੋਰਿਲੇਟ ਕਰ ਸਕਦੇ ਹੋ ਯਾਦ ਰੱਖਣ ਦੇ ਲਈ, ਅਸੀਂ ਪ੍ਰੂਫ ਵੀ ਕਰਕੇ ਦਿਖਾਤਾ। ਥਰਡ ਪ੍ਰੋਪਰਟੀ ਸਾਡੇ ਕੋਲ ਕੀ ਹੈ, ਕਹਿੰਦੇ ਅਗਰ A ਤੇ B ਬਰਾਬਰ ਨਾ ਹੋਣ, ਪਹਿਲਾਂ ਸਾਨੂੰ ਰਾਜੇ ਸੈਕਿੰਡ ਪ੍ਰੋਪਰਟੀ ਦੇ ਵਿੱਚ ਸ਼ਿਓਰਿਟੀ ਸੀਗੀ ਕਿ A ਤੇ B ਦੋਨੋਂ ਇੱਕ ਦੂਸਰੇ ਦੇ ਬਰਾਬਰ ਨੇ। ਹੁਣ ਥਰਡ ਪ੍ਰੋਪਰਟੀ ਦੇ ਵਿੱਚ ਸਾਨੂੰ ਸ਼ਿਓਰਿਟੀ ਦੇ ਦਿੱਤੀ, ਕਹਿੰਦੇ ਵੀ ਕੁਝ ਵੀ ਹੈ A ਤੇ B ਇੱਕ ਦੂਜੇ ਦੇ ਬਰਾਬਰ ਨਹੀਂ ਹੈਗੇ। ਤਾਂ ਕਹਿੰਦੇ ਇਸ ਕੇਸ 'ਚ ਅਰਥਮੈਟਿਕ ਮੀਨ ਦੀ ਵੈਲਿਊ ਜ਼ਿਆਦਾ ਹੋਊਗੀ ਜਿਓਮੈਟ੍ਰਿਕ ਮੀਨ ਦੇ ਨਾਲੋਂ, ਤੇ ਜਿਓਮੈਟ੍ਰਿਕ ਮੀਨ ਦੀ ਵੈਲਿਊ ਜ਼ਿਆਦਾ ਹੋਊਗੀ ਹਾਰਮੋਨਿਕ ਮੀਨ ਦੇ ਨਾਲੋਂ। ਅਸੀਂ ਸਭ ਤੋਂ ਪਹਿਲਾਂ ਪ੍ਰੂਵ ਕਰਦੇ ਹਾਂ ਵੀ ਅਰਥਮੈਟਿਕ ਮੀਨ ਜਿਹੜਾ ਜਿਓਮੈਟ੍ਰਿਕ ਮੀਨ ਤੋਂ ਗ੍ਰੇਟਰ ਹੈ। A ਗ੍ਰੇਟਰ ਦੈਨ G ਪ੍ਰੂਵ ਕਰਦੇ ਹਾਂ ਕਦੋਂ, ਜਦੋਂ A ਤੇ B ਬਰਾਬਰ ਨਹੀਂ ਦਿੱਤੇ ਹੋਏ। ਸਪੋਜ਼ ਰਾਜੇ ਸਾਨੂੰ ਕਹਿ ਦਿੱਤਾ ਜਾਵੇ ਵੀ A ਤੇ B ਤੁਹਾਡੇ ਕੋਲ ਬਰਾਬਰ ਨਹੀਂ, ਅਸੀਂ ਸਭ ਤੋਂ ਪਹਿਲਾਂ A ਮਾਈਨਸ G ਫਾਈਂਡ ਆਊਟ ਕਰ ਲਿਆ, ਮਤਲਬ A ਦੀ ਵੈਲਿਊ ਜੋ ਭਰਤੀ A ਪਲੱਸ B/2। ਹੁਣ ਇੱਥੇ A ਮਾਈਨਸ G ਦੇ ਵਿੱਚ ਜਿਹੜਾ ਹੈ ਮੈਂ ਕੈਪੀਟਲ A ਕੈਪੀਟਲ G ਦੀ ਗੱਲ ਕਰ ਰਿਹਾ, ਤੇ ਜਦੋਂ ਉਹਨਾਂ ਦੀ ਵੈਲਿਊ ਸਬਸਟੀਟਿਊਟ ਕਰਾਂਗੇ ਤਾਂ ਸਮਾਲ a ਤੇ b ਦੀ ਗੱਲ ਕਰ ਰਹੇ ਹਾਂ, ਤੇ ਇਸ ਚੀਜ਼ 'ਚ ਕਨਫਿਊਜ਼ਨ ਨਹੀਂ ਹੋ ਜਾਣਾ। ਤਾਂ a ਪਲੱਸ b ਸਮਾਲ a ਪਲੱਸ ਸਮਾਲ b ਮਾਈਨਸ ਤੇ ਕੈਪੀਟਲ G ਦੀ ਵੈਲਿਊ ਸਾਡੇ ਕੋਲ ਕਿੰਨੀ ਹੈ, a ਇੰਟੂ G ਦੀ ਪਾਵਰ a ਇੰਟੂ b ਦੀ ਪਾਵਰ ਹਾਫ। ਹੁਣ ਅਸੀਂ ਕਰਾਂਗੇ ਕ੍ਰਾਸ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਆ ਜੂ a ਪਲੱਸ b ਮਾਈਨਸ 2 ਸਕੇਅਰ ਰੂਟ ਆਫ ab/2 ਆ ਗਿਆ। ਤੇ ਅਗਰ ਗੱਲ ਕਰੀਏ ਇਸ ਨੂੰ ਸਕੇਅਰ ਰੂਟ ਨੂੰ ਹੋਲ ਸਕੇਅਰ ਲਿਖਣ ਦੀ, ਤਾਂ a ਸਕੇਅਰ ਰੂਟ ਮਾਈਨਸ ਸਕੇਅਰ ਰੂਟ ਆਫ b ਦਾ ਹੋਲ ਸਕੇਅਰ ਅਸੀਂ ਲਿਖ ਸਕਦੇ ਹਾਂ ਕੀ ਆ ਗਿਆ ਸਾਡੇ ਕੋਲ a ਪਲੱਸ b ਮਾਈਨਸ 2 ਸਕੇਅਰ ਰੂਟ ਆਫ ab ਦੇ ਆ ਗਿਆ। ਜਦੋਂ ਅਸੀਂ ਇਹਨੂੰ ਓਪਨ ਕਰਾਂਗੇ ਬ੍ਰੈਕਟ ਨੂੰ ਤਾਂ ਸਾਡੇ ਕੋਲ ਇਹੀ ਜਿਹੜਾ ਬਣ ਜੂਗਾ ਰਾਜੇ। ਤਾਂ ਹੁਣ ਇੱਥੋਂ ਇੱਕ ਗੱਲ ਸਾਡੇ ਕੋਲ ਪ੍ਰੂਫ ਹੋ ਜਾਂਦੀ ਹੈ ਵੀ ਜਿਹੜਾ a ਮਾਈਨਸ g ਹੈ, a ਤੇ g ਦਾ ਡਿਫਰੈਂਸ ਹੈ ਜਿਹੜਾ ਉਹ ਆਲਵੇਜ਼ ਗ੍ਰੇਟਰ ਦੈਨ 0 ਹੋਊਗਾ। ਕਿਉਂ? ਕਿਉਂਕਿ ਰਾਜੇ ਇੱਥੇ ਆਪਣੇ ਕੋਲ ਇਹਨਾਂ ਦੀ a ਮਾਈਨਸ g ਦੀ ਵੈਲਿਊ ਕੀ ਆ ਰਹੀ ਹੈ, ਉਹ ਆ ਰਹੀ ਹੈ ਹੋਲ ਸਕੇਅਰ, ਤੇ ਹੋਲ ਸਕੇਅਰ ਆਪਣੇ ਕੋਲ ਨੈਗੇਟਿਵ ਨਹੀਂ ਹੁੰਦਾ। ਆਹ ਵੈਲਿਊ ਹੁਣ ਜਿਹੜੀ ਆ ਆਪਣੇ ਕੋਲ ਨੈਗੇਟਿਵ ਨਹੀਂ ਹੋ ਸਕਦੀ ਹੈ ਨਾ। ਕਿਉਂ ਨਹੀਂ ਹੋ ਸਕਦੀ ਵੈਲਿਊ? ਕਿਉਂਕਿ ਇਹਦਾ ਸਕੇਅਰ ਕੀਤਾ ਹੈ, ਨੀਚੇ ਤਾਂ ਪੋਜ਼ੀਟਿਵ ਹੀ ਹੈ 2, ਤਾਂ ਉਹ ਤਾਂ ਨੈਗੇਟਿਵ ਨਹੀਂ ਕਰੂਗਾ, ਤਾਂ ਵੈਲਿਊ ਕੀ ਆ ਜੂ ਆਪਣੇ ਕੋਲ ਗ੍ਰੇਟਰ ਦੈਨ 0। ਤੇ ਜੇ ਆਪਣੇ ਕੋਲ a ਮਾਈਨਸ g ਗ੍ਰੇਟਰ ਦੈਨ 0 ਹੈ ਤਾਂ ਇੰਪਲਾਈਜ਼ ਦੈਟ a ਆਪਣੇ ਕੋਲ ਕੀ ਹੈ, g ਨਾਲੋਂ ਗ੍ਰੇਟਰ ਹੈ। ਇਸੇ ਤਰ੍ਹਾਂ ਤੁਸੀਂ g ਗ੍ਰੇਟਰ ਦੈਨ h ਪ੍ਰੂਵ ਕਰ ਸਕਦੇ ਹੋ, g ਮਾਈਨਸ h ਕਰੋਗੇ ਤਾਂ g ਗ੍ਰੇਟਰ ਦੈਨ h ਆ ਜਾਊਗਾ, ਤੇ a ਆਪਣੇ ਕੋਲ g ਤੋਂ ਪਹਿਲਾਂ ਹੀ ਆਪਣਾ ਗ੍ਰੇਟਰ ਹੈ। ਤਾਂ ਇਸ ਤਰ੍ਹਾਂ ਜਿਹੜੀ ਆਪਣੇ ਕੋਲ ਥਰਡ ਪ੍ਰੋਪਰਟੀ ਵੀ ਪ੍ਰੂਫ ਹੋ ਜਾਂਦੀ ਹੈ, ਜਿਸ 'ਚ ਸਾਨੂੰ ਦੱਸਿਆ ਗਿਆ ਵੀ ਤੁਹਾਡਾ a ਤੇ b ਬਰਾਬਰ ਨਹੀਂ ਹੈਗੇ। ਫੋਰਥ ਪ੍ਰੋਪਰਟੀ ਹੈ ਸਾਡੇ ਕੋਲ ਲਾਸਟ ਪ੍ਰੋਪਰਟੀ, ਕਹਿੰਦੇ ਸਾਡੇ ਕੋਲ ਕੁਝ ਨਹੀਂ ਪਤਾ ਇਸ ਕੇਸ 'ਚ ਰਾਜੇ, ਸਾਨੂੰ a ਤੇ b ਬਾਰੇ ਕੁਝ ਵੀ ਨਹੀਂ ਪਤਾ ਵੀ ਉਹ ਵੱਡੇ ਨੇ ਇੱਕ ਦੂਸਰੇ ਦੇ ਬਰਾਬਰ ਨੇ ਜਾਂ ਇੱਕ ਦੂਸਰੇ ਦੇ ਬਰਾਬਰ ਨਹੀਂ ਹੈ, ਕੋਈ ਕੰਡੀਸ਼ਨ ਨਹੀਂ। ਸਾਨੂੰ ਇਹ ਕਹਿ ਦਿੱਤਾ ਵੀ 2 ਨੰਬਰ ਨੇ a ਤੇ b, ਤੇ ਉਹਨਾਂ ਦੇ ਅਰਥਮੈਟਿਕ ਮੀਨ ਜਿਓਮੈਟ੍ਰਿਕ ਮੀਨ ਤੇ ਹਾਰਮੋਨਿਕ ਮੀਨ ਦੇ ਵਿੱਚ ਰਿਲੇਸ਼ਨ ਦੱਸੋ। ਤਾਂ ਤੁਸੀਂ ਕਹੋਗੇ ਬਈ ਅਰਥਮੈਟਿਕ ਮੀਨ ਤੇ ਜਿਓਮੈਟ੍ਰਿਕ ਮੀਨ ਤੇ ਹਾਰਮੋਨਿਕ ਮੀਨ ਦੇ ਵਿੱਚ ਇਹ ਰਿਲੇਸ਼ਨ ਹੈ ਜਿਹੜੀ ਅਸੀਂ ਲਿਖੀ ਹੈ। ਇਹ ਰਿਲੇਸ਼ਨ ਕਹਿੰਦੀ ਹੈ ਵੀ ਅਰਥਮੈਟਿਕ ਮੀਨ ਜਿਹੜਾ ਸਾਡੇ ਕੋਲ ਉਹ ਗ੍ਰੇਟਰ ਹੋਊਗਾ ਜਿਓਮੈਟ੍ਰਿਕ ਮੀਨ ਦੇ, ਇਹ ਅਸੀਂ ਪ੍ਰੂਫ ਕਰਤਾ। ਤੇ ਜਿਓਮੈਟ੍ਰਿਕ ਮੀਨ ਜਿਹੜਾ ਹਾਰਮੋਨਿਕ ਮੀਨ ਤੋਂ ਗ੍ਰੇਟਰ ਹੋਊਗਾ, ਇਹ ਵੀ ਅਸੀਂ ਪ੍ਰੂਫ ਕਰਤਾ। ਪਰ ਹੁਣ ਜਦ ਕਿ ਸਾਨੂੰ ਇਹ ਨਹੀਂ ਪਤਾ ਵੀ a ਤੇ ਸਮਾਲ a ਤੇ ਸਮਾਲ b ਦੀ ਵੈਲਿਊ ਕਿੰਨੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਵੀ ਉਹ ਬਰਾਬਰ ਵੀ ਹੋ ਸਕਦੇ ਨੇ, ਕਿਉਂਕਿ ਅਸੀਂ ਦੂਜੀ ਪ੍ਰੋਪਰਟੀ 'ਚ ਵੀ ਦੇਖਿਆ ਸੀ ਵੀ a ਤੇ g ਤੇ h ਇਹ ਤਿੰਨੇ ਬਰਾਬਰ ਵੀ ਹੋ ਸਕਦੇ ਨੇ। ਤੇ ਤੀਜੀ ਪ੍ਰੋਪਰਟੀ 'ਚ ਦੇਖਿਆ ਵੀ ਕੈਪੀਟਲ A ਗ੍ਰੇਟਰ ਹੋ ਸਕਦਾ ਕੈਪੀਟਲ G ਤੋਂ, ਤੇ ਉਹ ਗ੍ਰੇਟਰ ਹੋ ਸਕਦਾ ਕੈਪੀਟਲ H ਤੋਂ। ਤਾਂ ਅਸੀਂ ਕੀ ਕੀਤਾ, ਪ੍ਰੋਪਰਟੀ 2 ਤੇ ਪ੍ਰੋਪਰਟੀ 3 ਨੂੰ ਕੰਬਾਈਨ ਕਰਕੇ ਐਕਸਪ੍ਰੈਸ ਕਰਤਾ ਪ੍ਰੋਪਰਟੀ 4 ਨੂੰ, ਜਿਹਦੇ ਵਿੱਚ ਸਾਨੂੰ A ਤੇ B ਬਾਰੇ ਕੁਝ ਵੀ ਨਹੀਂ ਪਤਾ। ਇੱਕ ਐਗਜ਼ਾਮਪਲ ਹੈ ਸਾਡੇ ਕੋਲ ਇਸੇ ਟੌਪਿਕ ਦੇ ਨਾਲ ਰਿਲੇਟਡ, ਪ੍ਰੋਪਰਟੀਜ਼ ਨਾਲ ਰਿਲੇਟਡ। ਕਹਿੰਦੇ ਇਫ ਅਰਥਮੈਟਿਕ ਮੀਨ ਐਂਡ ਹਾਰਮੋਨਿਕ ਮੀਨ ਆਫ 2 ਨੰਬਰਸ a ਐਂਡ b ਆਰ 8 ਐਂਡ 2 ਦੈਨ ਫਾਈਂਡ ਜਿਓਮੈਟ੍ਰਿਕ ਮੀਨ। ਤਾਂ ਜਿਓਮੈਟ੍ਰਿਕ ਮੀਨ ਫਾਈਂਡ ਆਊਟ ਕਰਨ ਦਾ ਸਾਡੇ ਕੋਲ ਫਾਰਮੂਲਾ ਕੀ ਹੁੰਦਾ ਹੈ, ਉਹ ਹੁੰਦਾ ਹੈ a ਇੰਟੂ h ਦੀ ਪਾਵਰ 1/2, ਕਿਉਂਕਿ ਸਾਨੂੰ ਪਤਾ g ਸਕੇਅਰ ਬਰਾਬਰ ਹੁੰਦਾ ਹੈ a ਇੰਟੂ h ਦੇ। ਤਾਂ ਅਰਥਮੈਟਿਕ ਮੀਨ ਕਿੰਨਾ ਆ ਗਿਆ, a ਇੰਟੂ h ਦੀ ਪਾਵਰ 1/2 ਆ ਗਿਆ। a ਆਪਣੇ ਕੋਲ 8 ਹੈ ਤੇ ਹਾਰਮੋਨਿਕ ਮੀਨ ਕਿੰਨਾ ਆਪਣੇ ਕੋਲ 2, ਤਾਂ ਦੋਨਾਂ ਦਾ ਜਿਹੜਾ ਸਕੇਅਰ ਰੂਟ ਫਾਈਂਡ ਕਰਾਂਗੇ ਤਾਂ ਆਨਸਰ ਕਿੰਨਾ ਆ ਜਾਊਗਾ, 4 ਆ ਜਾਊਗਾ। ਨੈਕਸਟ ਹੈ ਜੀ ਸਾਡੇ ਕੋਲ ਡਿਸਪਰਜ਼ਨ। ਡਿਸਪਰਜ਼ਨ ਦਾ ਮਤਲਬ ਹੁੰਦਾ ਸਕੈਟਰਡਨੈਸ, ਬਿਖਰਾਵ ਦੀ ਅਗਰ ਗੱਲ ਕਰੀਏ। ਅਸੀਂ ਸੈਂਟਰਲ ਟੈਂਡੈਂਸੀ ਪੜ੍ਹਿਆ, ਸੈਂਟਰਲ ਟੈਂਡੈਂਸੀ ਦੇ ਵਿੱਚ ਅਸੀਂ ਰਾਜੇ ਸਿੰਗਲ ਵੈਲਿਊ ਫਾਈਂਡ ਆਊਟ ਕਰਦੇ ਸੀਗੇ, ਅਸੀਂ ਐਵਰੇਜ ਫਾਈਂਡ ਆਊਟ ਕਰਦੇ ਸੀਗੇ, ਅਸੀਂ ਅਰਥਮੈਟਿਕ ਮੀਨ ਫਾਈਂਡ ਆਊਟ ਕਰਦੇ ਸੀਗੇ। ਅਸੀਂ ਕਿਸੇ ਬੱਚੇ ਨੂੰ ਸਪੋਜ਼ ਪੁੱਛਿਆ ਵੀ ਬੇਟਾ ਤੇਰੇ ਕਿੰਨੇ ਨੰਬਰ ਨੇ 10th ਕਲਾਸ 'ਚੋਂ, ਤਾਂ ਉਹ ਬੱਚਾ ਕਹਿੰਦਾ ਜੀ ਮੇਰੇ 80% ਨੰਬਰ ਨੇ ਸਪੋਜ਼।
ਤਾਂ ਸਾਡੇ ਦਿਮਾਗ ਦੇ ਵਿੱਚ ਇੱਥੋਂ ਕੀ ਕਨਸੈਪਟ ਜਾਂਦਾ ਹੈ, ਸਾਡੇ ਦਿਮਾਗ 'ਚ ਕਨਸੈਪਟ ਜਾਂਦਾ ਹੈ ਕਿ ਉਸ ਬੱਚੇ ਦੇ ਜਿਹੜੇ ਆ ਹਰ ਵਿਸ਼ੇ ਦੇ ਵਿੱਚ ਜਿਹੜੇ ਉਹਨੇ 10th ਕਲਾਸ 'ਚ ਪੜ੍ਹੇ ਨੇ ਉਹਦੇ ਵਿੱਚ 80 ਨੰਬਰ ਨੇ, ਤਾਂ ਹੀ ਉਹਦੇ 80% ਬਣਦੇ ਨੇ। ਪਰ ਇੱਦਾਂ ਜਿਹੜਾ ਜ਼ਰੂਰੀ ਨਹੀਂ, ਇਹ ਆਪਣੀ ਕਨਸੈਪਸ਼ਨ ਜਿਹੜੀ ਆ ਉਹ ਹਾਈਪੋਥੀਸਿਸ ਗਲਤ ਵੀ ਹੋ ਸਕਦੀ ਹੈ। ਜ਼ਰੂਰੀ ਨਹੀਂ ਉਹਦੇ ਹਰ ਵਿਸ਼ੇ 'ਚੋਂ 80% ਹੋਣ। ਇਹ ਅਸੀਂ ਦੇਖਦੇ ਹਾਂ ਐਗਜ਼ਾਮਪਲਸ ਲੈ ਕੇ। ਸਪੋਜ਼ ਸਾਡੇ ਕੋਲ ਕੋਈ ਬੱਚਾ ਹੈ ਜਿਹਦੇ ਹਰ ਵਿਸ਼ੇ 'ਚੋਂ ਮੈਥ, ਸਾਇੰਸ, ਪੰਜਾਬੀ, ਸੋਸ਼ਲ ਸਾਇੰਸ ਦੇ ਵਿਸ਼ੇ ਵਿੱਚੋਂ 80 ਨੰਬਰ ਨੇ। ਅਸੀਂ ਕਿਹਾ ਵੀ ਉਹਦੀ ਐਵਰੇਜ ਜਿਹੜੀ ਹੈ 80% ਬਣਦੀ ਹੈ। ਬੀ ਕੋਈ ਸਟੂਡੈਂਟ ਹੈ ਜਿਹਦੇ ਮੈਥ 'ਚੋਂ 81 ਨੇ, ਸਾਇੰਸ 'ਚੋਂ 80 ਨੇ, ਪੰਜਾਬੀ 'ਚੋਂ 79 ਨੇ ਅਤੇ ਸੋਸ਼ਲ ਸਾਇੰਸ 'ਚੋਂ 80 ਨੰਬਰ ਨੇ। ਤਾਂ ਅਸੀਂ ਕਿਹਾ ਇਹਦੇ ਵੀ ਜਿਹੜੇ ਨੇ 80% ਬਣਦੇ ਨੇ। ਇਸ ਤਰ੍ਹਾਂ ਹੀ ਸੀ ਬੱਚਾ, ਉਸ ਦੇ ਨੰਬਰ ਲਿਖੇ ਹੋਏ ਨੇ, ਡੀ ਬੱਚਾ, ਉਸ ਦੇ ਨੰਬਰ ਲਿਖੇ ਹੋਏ ਨੇ। ਤਾਂ ਜੇ ਇੱਥੋਂ ਸਾਨੂੰ ਇੱਕ ਗੱਲ ਕਲੀਅਰ ਹੋ ਗਈ ਕਿ ਜ਼ਰੂਰੀ ਨਹੀਂ ਹੈ ਕਿ ਹਰ ਵਿਸ਼ੇ 'ਚੋਂ 80 ਨੰਬਰ ਹੋਣ। ਕਿਸੇ 'ਚੋਂ ਉਹਨਾਂ ਦੀ ਜਿਹੜੀ ਹੈ ਵੇਰੀਏਸ਼ਨ ਵੀ ਦੇਖਣ ਨੂੰ ਮਿਲਦੀ ਹੈ ਸਬਜੈਕਟਸ ਦੇ ਵਿੱਚੋਂ, ਲੇਕਿਨ ਐਵਰੇਜ ਜੋ ਹੈ ਸਾਡੀ ਉਹ ਕੀ ਮਿਲਦੀ ਹੈ ਆਪਾਂ ਨੂੰ, ਸੇਮ ਦੇਖਣ ਨੂੰ ਮਿਲਦੀ ਹੈ ਨਾ। ਸਾਰਿਆਂ ਦੀ ਐਵਰੇਜ ਸੇਮ ਹੈ, ਲੇਕਿਨ ਪਰ ਸਬਜੈਕਟ ਦੀ ਗੱਲ ਕਰੀਏ ਤਾਂ ਉੱਥੇ ਫਲਕਚੁਏਸ਼ਨ ਦੇਖਣ ਨੂੰ ਮਿਲਦੀ ਹੈ, ਕਿਸੇ 'ਚ ਦੇਖਣ ਨੂੰ ਨਹੀਂ ਮਿਲਦੀ। ਤਾਂ ਸੈਂਟਰਲ ਟੈਂਡੈਂਸੀ ਦੀ ਗੱਲ ਕਰ ਰਹੇ ਸੀ ਤਾਂ ਉਹ ਸਾਡੇ ਕੋਲ ਹੈ ਸਿੰਗਲ ਵੈਲਿਊ ਨੂੰ ਦੱਸਦੀ ਹੈ। ਅਤੇ ਇਸ ਐਗਜ਼ਾਮਪਲ ਦੇ ਵਿੱਚ ਸਾਰੇ ਬੱਚਿਆਂ ਦੀ ਜਿਹੜੀ ਐਵਰੇਜ ਆ ਉਹ ਸਾਡੇ ਕੋਲ ਸੇਮ ਹੈ 80। ਠੀਕ ਹੈ ਜੀ। ਤਾਂ ਟੀਚਰ ਨੇ ਰਜੇ ਇਸ ਜਿਹੜਾ ਸਾਡੇ ਕੋਲ ਡਾਟਾ ਹੈ ਇਸ ਤੋਂ ਕੀ ਅੰਦਾਜ਼ਾ ਲਗਾਇਆ? ਟੀਚਰ ਨੇ ਅੰਦਾਜ਼ਾ ਲਗਾਇਆ ਕਿ ਕੁਝ ਬੱਚਿਆਂ ਦੀ ਜਿਹੜੀ ਹੈ ਸੈਂਟਰਲ ਟੈਂਡੈਂਸੀ ਤੋਂ ਫਲਕਚੁਏਸ਼ਨ ਦੇਖਣ ਨੂੰ ਮਿਲ ਰਹੀ ਹੈ। ਅਗਰ ਗੱਲ ਕਰੀਏ ਬੀ ਸਟੂਡੈਂਟ ਦੀ, ਸੀ ਸਟੂਡੈਂਟ ਦੀ ਅਤੇ ਡੀ ਸਟੂਡੈਂਟ ਦੀ, ਇਹਨਾਂ ਦੇ ਪਰ ਸਬਜੈਕਟ ਜਿਹੜੇ ਨੇ ਗੱਲ ਕਰੀਏ ਮਾਰਕਸ, ਤਾਂ ਉਹ ਉਹਨਾਂ ਦੀ ਜਿਹੜੀ ਐਵਰੇਜ ਹੈ ਉਸ ਤੋਂ ਕੀ ਨੇ, ਅਲੱਗ ਨੇ, ਡਿਫਰੈਂਟ ਨੇ। ਲੇਕਿਨ ਜਿਹੜਾ ਏ ਸਟੂਡੈਂਟ ਹੈ ਇਸ ਦੇ ਵਿੱਚ ਸਾਨੂੰ ਨੋ ਫਲਕਚੁਏਸ਼ਨ ਦੇਖਣ ਨੂੰ ਮਿਲ ਰਹੀ ਹੈ। ਜਿੰਨੇ ਮਾਰਕਸ ਉਹਦੇ ਸਬਜੈਕਟ 'ਚੋਂ ਨੇ ਉਨੀ ਹੀ ਉਹਦੀ ਸੈਂਟਰਲ ਟੈਂਡੈਂਸੀ ਆ ਰਹੀ ਹੈ, ਉਨੀ ਹੀ ਕਹਿਣ ਦਾ ਮਤਲਬ ਐਵਰੇਜ ਆ ਰਹੀ ਹੈ। ਹੁਣ ਅਗਰ ਗੱਲ ਕਰੀਏ ਏ ਸਟੂਡੈਂਟ ਦੀ, ਤਾਂ ਏ ਸਟੂਡੈਂਟ ਦੇ ਵਿੱਚ ਟੀਚਰ ਨੂੰ ਨੋ ਫਲਕਚੁਏਸ਼ਨ ਦੇਖਣ ਨੂੰ ਮਿਲ ਰਹੀ ਹੈ। ਅਤੇ ਜੇ ਗੱਲ ਕਰੀਏ ਬੀ ਸਟੂਡੈਂਟ ਦੀ ਤਾਂ ਉਹਦੇ ਵਿੱਚ ਲਿਟਲ ਫਲਕਚੁਏਸ਼ਨ ਦੇਖਣ ਨੂੰ ਮਿਲ ਰਹੀ ਹੈ। ਅਤੇ ਸੀ ਸਟੂਡੈਂਟ ਦੇ ਵਿੱਚ ਅਗਰ ਗੱਲ ਕਰੀਏ ਤਾਂ ਉਹਦੇ ਵਿੱਚ ਆਪਾਂ ਨੂੰ ਮੇਜਰ ਜਿਹੜੀ ਹੈ ਫਲਕਚੁਏਸ਼ਨ ਦੇਖਣ ਨੂੰ ਮਿਲ ਰਹੀ ਹੈ। ਡੀ ਦੇ ਵਿੱਚ ਵੀ ਆਪਾਂ ਨੂੰ ਮੇਜਰ ਜਿਹੜੀ ਫਲਕਚੁਏਸ਼ਨ ਦੇਖਣ ਨੂੰ ਮਿਲ ਰਹੀ ਹੈ। ਤਾਂ ਇਸ ਤਰ੍ਹਾਂ ਜਿਹੜੀ ਹਾਈ ਫਲਕਚੁਏਸ਼ਨ ਹੈ, ਲਿਟਲ ਫਲਕਚੁਏਸ਼ਨ ਹੈ ਜਾਂ ਫਿਰ ਜ਼ੀਰੋ ਫਲਕਚੁਏਸ਼ਨ ਹੈ। ਹੁਣ ਇੱਥੇ ਨੋ ਗੱਲ ਕੀਤੀ ਮਤਲਬ ਜ਼ੀਰੋ ਹੈ ਡੈਵੀਏਸ਼ਨ ਆਪਦੇ ਮੀਨ ਤੋਂ, ਹੈ ਨਾ। ਜਿਹੜੀ ਵੈਲਿਊਜ਼ ਨੇ ਉਹ ਆਪਦੇ ਮੀਨ ਤੋਂ ਜ਼ੀਰੋ ਡੈਵੀਏਸ਼ਨ ਕਰ ਰਹੀਆਂ, ਮਤਲਬ ਉਸ ਤੋਂ ਇੱਧਰ ਉੱਧਰ ਜਮ੍ਹਾਂ ਵੀ ਨਹੀਂ ਹੈਗੀਆਂ, ਉਸੇ ਪੁਆਇੰਟ 'ਤੇ ਲਾਈ ਕਰ ਰਹੀਆਂ ਜਿੱਥੇ ਸੈਂਟਰਲ ਵੈਲਿਊ ਲਾਈ ਕਰ ਰਹੀ ਹੈ। ਤਾਂ ਹੁਣ ਜੇ ਸਾਨੂੰ ਇਸ ਫਲਕਚੁਏਸ਼ਨ ਦਾ ਪਤਾ ਕਿਵੇਂ ਲੱਗੇਗਾ? ਤਾਂ ਵੈਲਿਊ ਜਿਹੜੀ ਹੈ ਉਹ ਸੈਂਟਰ ਵੈਲਿਊ ਤੋਂ ਕਿੰਨੀ ਡਿਫਰੈਂਸ ਹੈ ਇਸ ਦਾ ਸਾਨੂੰ ਪਤਾ ਲੱਗਦਾ ਹੈ ਡਿਸਪਰਜ਼ਨ ਤੋਂ। ਡਿਸਪਰਜ਼ਨ ਤੁਹਾਨੂੰ ਦੱਸਦੀ ਹੈ ਵੀ ਕਿੰਨੀ ਫਲਕਚੁਏਸ਼ਨ ਹੈ ਵੈਲਿਊ ਦੀ ਆਪਦੀ ਮੀਨ ਪੋਜੀਸ਼ਨ ਤੋਂ ਜਾਂ ਫਿਰ ਸੈਂਟਰਲ ਵੈਲਿਊ ਤੋਂ, ਹੈ ਨਾ। ਤਾਂ ਫਿਰ ਅਸੀਂ ਇਹਨਾਂ ਦਾ ਡਿਸਪਰਜ਼ਨ ਫਾਈਂਡ ਆਊਟ ਕਰਦੇ ਹਾਂ। ਹਾਈ ਫਲਕਚੁਏਸ਼ਨ ਦਾ ਮਤਲਬ ਹੁੰਦਾ ਹੈ ਹਾਈ ਡਿਸਪਰਜ਼ਨ, ਮੈਂ ਇੱਥੇ ਲਿਖ ਦਿੰਦਾ ਹਾਈ ਫਲਕਚੁਏਸ਼ਨ ਦਾ ਮਤਲਬ ਹੁੰਦਾ ਰਾਜੇ ਹਾਈ ਡਿਸਪਰਜ਼ਨ। ਅਤੇ ਜਿਹੜੀ ਆਪਣੇ ਕੋਲ ਲੋ ਫਲਕਚੁਏਸ਼ਨ ਹੁੰਦੀ ਹੈ ਉਹਦਾ ਮਤਲਬ ਹੁੰਦਾ ਲੋ ਡਿਸਪਰਜ਼ਨ। ਅਤੇ ਜਿਹੜੇ ਆਪਣੇ ਕੋਲ ਜ਼ੀਰੋ ਡਿਸਪਰਜ਼ਨ ਹੁੰਦੀ ਹੈ, ਜਿੱਥੇ ਆਪਾਂ ਕਹਿ ਦਈਏ ਜ਼ੀਰੋ ਫਲਕਚੁਏਸ਼ਨ ਹੈ, ਜੇ ਆਪਣੇ ਕੋਲ ਜ਼ੀਰੋ ਫਲਕਚੁਏਸ਼ਨ ਹੈ ਰਾਜੇ, ਜੇ ਆਪਣੀ ਫਲਕਚੁਏਸ਼ਨ ਦੀ ਜ਼ੀਰੋ ਹੈ, ਮੈਂ ਸਾਰੀਆਂ ਫਲਕਚੁਏਸ਼ਨ ਦੀ ਗੱਲ ਕਰ ਰਿਹਾ, ਤਾਂ ਆਪਣੇ ਕੋਲ ਡਿਸਪਰਜ਼ਨ ਕਿੰਨੀ ਹੋਊਗੀ? ਜ਼ੀਰੋ ਹੋਊਗੀ। ਤਾਂ ਆਪਾਂ ਫਲਕਚੁਏਸ਼ਨ ਤੋਂ ਪਤਾ ਲਗਾ ਸਕਦੇ ਹਾਂ ਡਿਸਪਰਜ਼ਨ ਦਾ। ਜਿੰਨੀ ਡਿਸਪਰਜ਼ਨ ਦੀ ਵੈਲਿਊ ਜ਼ਿਆਦਾ ਹੋਵੇਗੀ ਉਨੀ ਵੈਲਿਊਜ਼ ਦੂਰ ਹੋਣਗੀਆਂ, ਬਿਖਰਾਵ ਜ਼ਿਆਦਾ ਆਊਗਾ, ਸਕੈਟਰਡਨੈਸ ਦੀ ਗੱਲ ਕੀਤੀ। ਅਤੇ ਜਿੰਨੀ ਲੋ ਡਿਸਪਰਜ਼ਨ ਹੋਵੇਗੀ ਉਹਨਾਂ ਵੈਲਿਊ ਥੋੜ੍ਹੀਆਂ ਸਕੈਟਰਡ ਹੋਣਗੀਆਂ। ਅਤੇ ਜਦੋਂ ਜ਼ੀਰੋ ਡਿਸਪਰਜ਼ਨ ਹੋਵੇਗੀ ਉਸ ਦਾ ਮਤਲਬ ਹੈ ਨੋ ਸਕੈਟਰਡਨੈਸ। ਹੁਣ ਡੈਫੀਨੇਸ਼ਨ ਪੜ੍ਹ ਲੈਂਦੇ ਹਾਂ। ਕਹਿੰਦੇ ਦਾ ਡਿਗਰੀ ਟੂ ਵਿਚ numerical data tend to spread about an average value is called dispersion। ਇਹੀ ਉਹਦਾ ਮਤਲਬ ਹੈ ਡੈਫੀਨੇਸ਼ਨ ਦਾ ਕਿ ਉਹ numerical value ਜਿਹੜੀ ਬਿਖਰਾਵ ਬਣ ਜਾਂਦੀ ਹੈ ਜਦੋਂ ਉਹਨੂੰ ਆਪਾਂ ਐਵਰੇਜ ਵੈਲਿਊ ਤੋਂ ਦੂਰ ਪਾਉਂਦੇ ਹਾਂ। ਜੇ ਐਵਰੇਜ ਵੈਲਿਊ ਤੋਂ ਦੂਰ ਜਿਹੜੀ ਵੈਲਿਊ ਹੈ ਉਹ ਸਾਡੇ ਕੋਲ ਇੱਕ ਤਰ੍ਹਾਂ ਦਾ ਬਿਖਰਾਵ ਹੈ ਸਾਡੇ ਕੋਲ ਵੈਲਿਊ ਦਾ। ਤਾਂ ਇਹ ਸੀ ਆਪਣੇ ਕੋਲ ਡਿਸਪਰਜ਼ਨ ਦਾ ਕੰਸੈਪਟ, ਜਦੋਂ ਹਾਈ ਹੋਵੇ, ਲੋ ਹੋਵੇ ਅਤੇ ਆਪਣੇ ਕੋਲ ਜ਼ੀਰੋ ਹੋਵੇ। ਹੁਣ ਇੱਥੇ ਇੱਕ ਚੀਜ਼ ਹੋਰ ਜਿਹੜੀ ਹੈ ਨੋਟ ਦੇ ਰੂਪ ਦੇ ਵਿੱਚ ਤੁਸੀਂ ਐਡ ਕਰ ਲੈਣੀ ਹੈ। ਨੋਟ ਅਸੀਂ ਕੀ ਕਰਨਾ ਹੈ, ਤਾਂ ਫਸਟ ਨੋਟ ਹੈ ਸਾਡੇ ਕੋਲ ਰਾਜੇ, ਕਹਿੰਦੇ ਵੈਨ ਆਲ ਦਾ ਵੈਲਿਊਜ਼ ਜਾਂ ਫਿਰ ਓਬਜ਼ਰਵੇਸ਼ਨਸ ਵੀ ਕਹਿ ਸਕਦੇ ਹਾਂ ਆਰ ਸੇਮ, ਵੈਨ ਆਲ ਦਾ ਵੈਲਿਊਜ਼ ਆਰ ਸੇਮ ਦੈਨ dispersion will be
जीरो, डिस्परजन जीरो होगी। ये असी कैलकुलेट भी करांगे, प्रूव भी करांगे। हुण असी थ्योरेटिकल पढ़ रहे हैं, लेकिन साडे कोल एग्जाम्पल भी हैगी एक। अगर ए बच्चे की एग्जाम्पल की गल करिए तो ए बच्चे दे विच साडे कोल सारी वैल्यूज़ जिहड़ियां ने सेम ने, तो इत्थे असी क्या सी जीरो डिस्परजन है। असी प्रूव भी करांगे इहनूं फॉर्मूले दे नाल, जदों आपां न्यूमैरिकल करांगे, MCQs करांगे। तो पहला अपने को नोट है कि जदों आल वैल्यूज़ सेम होण, वैल्यूज़ सानू डाटा दे रखा है उस सारियां वैल्यूज़ सेम दे रखियां ने। सपोज सानू कह दिता जाए कि 5 5 5 5 5 5, ये सपोज टैसट चो मार्क्स ने, तो तुसी तुहानू बच्चे तुहानू पुछया जाएगा भी ये डिस्परजन कितनी हो रही है, स्कैटरडनैस कितनी है, तो तुसी की कहोगे जीरो, क्योंकि ਇਹਦਾ मीन कढोगे ना, जदों मीन कितना आ रहा साडे कोल 5 आ रहा है। तो इसलिए असी कहांगे भी डिस्परजन जिहड़ी है साडे कोल जीरो हो रही है। तो पहला पॉइंट ये सी। सैकेंड पॉइंट है भी डिस्परजन कैन नैवर बी नैगेटिव नहीं हो सकती साडे कोल। डिस्परजन जिहड़ी है हमेशा जीरो तो वड्डी या फिर जीरो के बराबर होगी। मतलब डी नूं मैं डिस्परजन नाल रिप्रजेंट किया, तो अपने को डिस्परजन नैगेटिव नहीं हो सकती। कहते डिस्परजन जिहड़ी है वो हमेशा ग्रेटर दैन इक्वल टू जीरो होगी। क्यों? उसका कारण यह है कि रजे डिस्परजन का जिहड़ा कंसैप्ट है वो असी क्यों पढ़ते हैं। असी इसका कंसैप्ट पढ़ते हैं फ्लक्चुएशन का पता लगाने लई। ये मेन मकसद होंदा कि फ्लक्चुएशन दसनी है, स्कैटरडनैस दसनी है ना। फ्लक्चुएशन अगर साडे कोल ज़्यादा है तो असी कहांगे डिस्परजन ज़्यादा है, फ्लक्चुएशन घट है तो डिस्परजन घट है, फ्लक्चुएशन अगर है ही नहीं तो डिस्परजन भी है नहीं। हुण गल आउंदी है भी ये नैगेटिव क्यों नहीं हो सकती। सपोज साडे कोल वैल्यूज़ दे रखियां ने 7 8 7 6 7 9। सपोज करते हैं, हुण मैं इत्थे कैलकुलेट नहीं कर रहा, एवरेज जिहड़ी साडे कोल आ गई मान लो 7 आ गई है ना। हुण रजे असी देखांगे भी जिहड़ी साडी एवरेज आई है तो जिहड़ी साडियां वैल्यूज़ ने इन्हां दे विच की चेंजिस ने। असी देखिया भी कोई वैल्यू हैगी है जिहड़ी उहदे तो वध भी है, जिहड़ी असी एवरेज फाइंड आउट कीती है उस तो कुछ वैल्यू वध भी दे रखी है, जिवें 8 दे रखी है, 9 दे रखी है। तो असी देखिया एक अद्धी वैल्यू जिहड़ी है उस तो घट भी है, तो असी कहांगे इस च डिस्परजन हैगा गा। लेकिन असी इत्थे ये नहीं माप रहे भी किन्ना, असी ये नहीं देख रहे भी 7 - 6 तो 1 आ गया, ये असी नहीं देख रहे। असी सिर्फ इन्ना देख रहे हैं भी भाई डिस्परजन हैगा कि नहीं हैगा गा, या फिर असी कह सकते हैं वध है घट है। यही देखना है, असी ये नहीं देखना भी डिस्परजन की वैल्यू कितनी आ रही है। असी उन्हें कैलकुलेट करन नहीं बैठे, असी सिर्फ ये देखने वास्ते बैठे हैं भी भाई हाँ भी तुहाडा मुंडा बिगड़ रहा है कि नहीं बिगड़ रहा, किन्ना बिगड़ रहा है, किन्ना घूम फिर रहा इधर नूं, किन्ना पढ़ नहीं रहा, ये नहीं असी देख रहे। असी तो सिर्फ इन्ना दस रहे हैं भी फ्लक्चुएशन हैगी है कि नहीं हैगी। जे हैगी है तो इसका मतलब डिस्परजन जिहड़ी है वो ग्रेटर दैन जीरो है। जे फ्लक्चुएशन है नहीं, डिस्परजन है नहीं, तो वो बराबर की है जीरो दे। ये असी मेन जिहड़ा डिस्परजन का यूज़ करते हैं। नैक्सट टॉपिक साडे कोल हैगा रजे डिस्परजन, तो असी पढ़ांगे भी डिस्परजन दो तरह का साडे कोल एब्सोल्यूट ते रिलेटिव। एक जरूरी अनाउंसमेंट, ऐतवार कल साडा जिहड़ा है स्टैटिस्टिक्स जिहड़ा चैप्टर नंबर साडा 2 है, इहदा टैसट होने जा रहा रजे 80 मार्क्स का जिहड़ा पेपर होवेगा। कहने का मतलब 80 क्वेश्चन जिहड़े तुहानूं देखण नूं मिलणगे, ते 80 ही तुहाडे कोल मिनट होणगे इहनूं कंप्लीट करन लई। 3 वजे जिहड़ा मैं अपलोड कर दूंगा रजे टैलीग्राम के उपर, जो कि चैनल का नाम साडा हैगा कल्टीवेशन ऑफ माइंड, तुसी सर्च कर सकते हो। तो तुसी जाके इस चैनल में ज्वाइन कर लो, तो उत्थे मैं 3 वजे एग्जैक्ट जिहड़ा है 80 मार्क्स का स्टैटिस्टिक्स का जिहड़ा टैसट है वो अपलोड कर देवांगा। उस तो बाद उस दिन ही ऐतवार नूं ही रात नूं 9 वजे मैं उसकी सल्यूशन वीडियो भी अपलोड कर देवांगा, ताकि तुहाडा कोई भी डाउट होवे वो क्लीयर हो जाए। तो साडे कोल डिस्परजन है एब्सोल्यूट मैजरमेंट ते रिलेटिव मैजरमेंट। एब्सोल्यूट मैजरमेंट विच असी पढ़ांगे रेंज, सैकेंड असी पढ़ांगे क्वार्टाइल डेविएशन बारे, क्वार्टाइल डेविएशन। उस तो बाद असी पढ़ांगे रजे मीन डेविएशन बारे, क्वार्टाइल डेविएशन, मीन डेविएशन, ये सारे मीन क्वार्टाइल ये सब असी फाइंड आउट किए हुए। फिर असी पढ़ांगे स्टैंडर्ड डेविएशन बारे। सब तो इंपॉर्टेंट साडे कोल स्टैंडर्ड डेविएशन है, जिहदे विचों काफ़ी प्रॉपर्टीज़ जिहड़ियां बनदियां ने, क्वेश्चन जिहड़े देखण नूं मिलदे ने। ते रिलेटिव दे विच असी पढ़ांगे रजे कोफिशिएंट ऑफ रेंज बारे, ते असी पढ़ांगे कोफिशिएंट ऑफ क्वार्टाइल डेविएशन बारे। इन्हां सारिਆਂ ਦੇ ਕੋਫੀਸ਼ੀਐਂਟ ਪੜਾਂਗੇ, ਜੋ ਅਸੀਂ ਐਬਸੋਲੂਟ ਚ ਪੜਾਂਗੇ ਉਹਨਾਂ ਸਾਰਿਆਂ ਦੇ ਕੋਫੀਸ਼ੀਐਂਟ ਪੜਾਂਗੇ। ਤੇ ਰਿਲੇਟਿਵ ਦੇ ਵਿੱਚ ਅਸੀਂ ਕੋਫੀਸ਼ੀਐਂਟ ਜਿਹੜਾ ਹੈ ਪਤਾ ਕਰਾਂਗੇ ਵੇਰੀਏਸ਼ਨ ਦਾ, ਕੋਫੀਸ਼ੀਐਂਟ ਆਫ ਵੇਰੀਏਸ਼ਨ ਜਾਂ ਵੇਰੀਐਂਸ ਅਸੀਂ ਕਰਾਂਗੇ। ਤਾਂ ਇਹ ਸਾਡੇ ਕੋਲ
ਨੈਕਸਟ ਜਿਹੜਾ ਹੈ ਟੌਪਿਕਸ ਨੇ ਇਹ ਸਾਰੇ ਜਿਹੜੇ ਫਾਰਮੂਲਾ ਬੇਸਡ ਨੇ। ਰੇਂਜ ਫਾਈਂਡ ਆਊਟ ਕਰਨੀ, ਕੁਆਰਟਾਈਲ ਡੈਵੀਏਸ਼ਨ ਫਾਈਂਡ ਆਊਟ ਕਰਨੀ, ਮੀਨ ਡੈਵੀਏਸ਼ਨ, ਸਟੈਂਡਰਡ ਡੈਵੀਏਸ਼ਨ, ਵੇਰੀਏਸ਼ਨ, ਫਿਰ ਉਹਨਾਂ ਦੇ ਕੋਫੀਸ਼ੀਐਂਟ, ਇਹ ਟੋਟਲੀ ਜਿਹੜਾ ਹੈ ਫਾਰਮੂਲਾ ਬੇਸਡ ਹੈ। ਤਾਂ ਦੇਖਦੇ ਹਾਂ ਕਿਸ ਤਰ੍ਹਾਂ ਫਾਈਂਡ ਆਊਟ ਕਰਨਾ ਹੈ। ਸਭ ਤੋਂ ਪਹਿਲਾਂ ਸਾਡੇ ਕੋਲ ਹੈ ਰਾਜੇ ਰੇਂਜ ਫਾਈਂਡ ਆਊਟ ਕਰਨੀ। ਸਪੋਜ਼ ਸਾਨੂੰ ਕੋਈ ਡਾਟਾ ਦੇ ਰੱਖਿਆ 2 3 7 11 13 ਤੇ ਸਾਨੂੰ ਕਹਿ ਦੇਣ ਵੀ ਰੇਂਜ ਪਤਾ ਕਰੋ। ਤੇ ਰਾਜੇ ਰੇਂਜ ਸਾਡੇ ਕੋਲ ਹੈ ਡਿਫਰੈਂਸ ਬਿਟਵੀਨ ਮੈਕਸਿਮਮ ਐਂਡ ਮਿਨੀਮਮ ਵੈਲਿਊ ਆਫ ਦਾ ਗਿਵਨ ਸੀਰੀਜ਼। ਤਾਂ ਸਾਡੇ ਕੋਲ ਰੇਂਜ ਹੈ ਬਰਾਬਰ L ਮਾਈਨਸ ਐਸ। L ਆਪਣੇ ਕੋਲ ਕੀ ਹੈ ਲਾਰਜੈਸਟ ਵੈਲਿਊ ਤੇ S ਆਪਣੇ ਕੋਲ ਕੀ ਹੈ ਸਮੋਲੈਸਟ ਵੈਲਿਊ। ਤਾਂ ਲਾਰਜੈਸਟ ਮਾਈਨਸ ਸਮੋਲੈਸਟ ਇਹ ਆਪਾਂ ਕੀ ਫਾਈਂਡ ਆਊਟ ਕਰ ਲਾਂਗੇ ਰੇਂਜ ਫਾਈਂਡ ਆਊਟ ਕਰ ਲਾਂਗੇ। ਇਹ ਸਾਡੇ ਕੋਲ ਗਿਵਨ ਸੀਰੀਜ਼ ਹੈ ਤਾਂ ਇਹਦੇ ਵਿੱਚ ਸਭ ਤੋਂ ਲਾਰਜੈਸਟ ਵੈਲਿਊ ਸਾਡੇ ਕੋਲ ਕਿੰਨੀ ਹੈ 13 ਹੈ ਤੇ ਸਮੋਲੈਸਟ ਵੈਲਿਊ ਸਾਡੇ ਕੋਲ ਕਿੰਨੀ ਹੈ 2 ਹੈ। ਤਾਂ ਆਪਣੇ ਕੋਲ ਕਿੰਨਾ ਆ ਗਈ ਰੇਂਜ 11 ਆ ਗਈ। ਤਾਂ ਇਸੇ ਤਰ੍ਹਾਂ ਰੇਂਜ ਕੈਲਕੂਲੇਟ ਜਿਹੜੀ ਹੈ ਕਰ ਲੈਣੀ ਹੈ। ਬਹੁਤ ਈਜ਼ੀ ਨੇ ਕੁਐਸਚਨਸ, ਸਿਰਫ ਆਪਣੇ ਕੋਲ ਫਾਰਮੂਲੇ ਨੇ। ਤੇ ਗੱਲ ਕਰੀਏ ਕੋਫੀਸ਼ੀਐਂਟ ਆਫ ਰੇਂਜ ਦੀ ਰਾਜੇ, ਕੋਫੀਸ਼ੀਐਂਟ ਆਫ ਰੇਂਜ ਜਿਹੜੀ ਹੈ ਸਾਡੇ ਕੋਲ ਉਹਦਾ ਫਾਰਮੂਲਾ ਹੁੰਦਾ L ਮਾਈਨਸ ਐਸ ਅਪੋਨ L ਪਲੱਸ ਐਸ ਦੇ ਇਕੁਅਲ। L ਮਾਈਨਸ ਐਸ ਸਾਡੇ ਕੋਲ ਕਿੰਨਾ ਆ ਗਿਆ 13 ਮਾਈਨਸ 2 ਤੇ L ਪਲੱਸ ਕਿੰਨਾ ਆ ਗਿਆ 13 ਪਲੱਸ 2। ਤਾਂ 11 ਅਪੋਨ 15 ਸਾਡੀ ਕੀ ਆ ਗਈ ਕੋਫੀਸ਼ੀਐਂਟ ਆਫ ਰੇਂਜ ਆ ਗਈ। ਤਾਂ ਇਸ ਤਰ੍ਹਾਂ ਤੁਸੀਂ ਜਿਹੜੀਆਂ ਰੇਂਜ ਫਾਈਂਡ ਆਊਟ ਕਰ ਸਕਦੇ ਹੋ, ਰੇਂਜ ਦਾ ਕੋਫੀਸ਼ੀਐਂਟ ਫਾਈਂਡ ਆਊਟ ਕਰ ਸਕਦੇ ਹੋ। ਇੱਕ ਚੀਜ਼ ਮੈਂ ਹੋਰ ਐਡ ਕਰਨੀ ਚਾਹੁੰਦਾ, ਜਿਹੜੀ ਐਬਸੋਲੂਟ ਵੈਲਿਊਜ਼ ਨੇ ਸਾਡੇ ਕੋਲ ਅਜੇ ਇਹਨਾਂ ਦਾ ਮਤਲਬ ਹੁੰਦਾ ਜੋ ਵੈਲਿਊ ਕਿਸੇ 'ਤੇ ਵੀ ਡਿਪੈਂਡ ਨਾ ਕਰੇ, ਇੰਡੀਪੈਂਡੈਂਟ ਹੋਵੇ। ਕਹਿਣ ਦਾ ਮਤਲਬ ਜੋ ਵੈਲਿਊ ਕੀ ਹੋਵੇ ਇੰਡੀਪੈਂਡੈਂਟ ਹੋਵੇ ਉਹਨੂੰ ਬੋਲਦੇ ਹਾਂ ਆਪਾਂ ਐਬਸੋਲੂਟ ਵੈਲਿਊਜ਼। ਕਿਸੇ 'ਤੇ ਵੀ ਡਿਪੈਂਡ ਨਾ ਕਰਦੀ ਹੋਵੇ ਉਹ ਵੈਲਿਊ ਤਾਂ ਉਹਨੂੰ ਬੋਲਦੇ ਹਾਂ ਅਸੀਂ ਐਬਸੋਲੂਟ ਵੈਲਿਊ। ਤੇ ਜਿਹੜੀ ਰਿਲੇਟਿਵ ਵੈਲਿਊਜ਼ ਨੇ ਉਹ ਕੀ ਹੁੰਦੀਆਂ ਨੇ ਡਿਪੈਂਡੈਂਟ ਹੁੰਦੀਆਂ ਨੇ। ਡਿਪੈਂਡੈਂਟ ਵੈਲਿਊ ਨੇ ਸਾਡੇ ਕੋਲ। ਤਾਂ ਇਹਨਾਂ ਦੇ ਵਿੱਚ ਇਹੀ ਸਾਡਾ ਕੀ ਹੈ ਬੇਸਿਕ ਡਿਫਰੈਂਸ ਹੈ ਦੋਨਾਂ 'ਚ ਐਬਸੋਲੂਟ ਤੇ ਰਿਲੇਟਿਵ ਡੈਵੀਏਸ਼ਨ ਦੇ ਵਿੱਚ। ਤਾਂ ਰੇਂਜ ਹੋ ਗਿਆ, ਕੋਫੀਸ਼ੀਐਂਟ ਆਫ ਰੇਂਜ ਹੋ ਗਿਆ। ਇੱਥੇ ਇੱਕ ਐਗਜ਼ਾਮਪਲ ਹੋਰ ਸਮਝਦੇ ਰੇਂਜ ਦੀ। ਕਹਿੰਦੇ ਫਾਈਂਡ ਦਾ ਰੇਂਜ ਆਫ 5, 5, 5 ਰੇਂਜ ਫਾਈਂਡ ਆਊਟ ਕਰਨ ਨੂੰ ਕਹਿ ਦਿੱਤਾ ਜਾਵੇ। ਹੁਣ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਅਸੀਂ ਦੇਖਾਂਗੇ ਵੀ ਜਦੋਂ ਡੈਵੀਏਸ਼ਨ 0 ਹੋਵੇ, ਡੈਵੀਏਸ਼ਨ ਨਾਟ 0 ਹੋਵੇ, ਉਹ ਅਸੀਂ ਪ੍ਰੈਕਟੀਕਲੀ ਵੀ ਦੇਖਾਂਗੇ। ਤੇ ਅਸੀਂ ਦੇਖਾਂਗੇ ਕਿ ਕੁਐਸਚਨ ਸੋਲਵ ਕਰਦੇ ਵਕਤ ਵੀ ਸਾਡੀ ਡੈਵੀਏਸ਼ਨ 0 ਕਿਵੇਂ ਹੁੰਦੀ ਹੈ। ਹੁਣ ਇਸ ਕੇਸ ਦੇ ਵਿੱਚ ਦੇਖੋ ਸਾਡੇ ਕੋਲ ਸਾਰੀਆਂ ਆਬਜ਼ਰਵੇਸ਼ਨਸ ਸੇਮ ਦੇ ਰੱਖੀਆਂ ਨੇ। ਜਦੋਂ ਆਬਜ਼ਰਵੇਸ਼ਨ ਸੇਮ ਦੇ ਰੱਖੀਆਂ ਨੇ ਤਾਂ ਸਾਡੇ ਕੋਲ ਰੇਂਜ ਕਿੰਨੀ ਆ ਗਈ। ਤਾਂ ਇਸ ਕੇਸ ਦੇ ਵਿੱਚ ਸਾਡੇ ਕੋਲ ਰੇਂਜ ਜਿਹੜੀ ਹੈ ਉਹ ਬਰਾਬਰ ਆਵੇਗੀ ਲਾਰਜੈਸਟ ਵੈਲਿਊ ਮਾਈਨਸ ਸਮੋਲੈਸਟ ਵੈਲਿਊ। ਲਾਰਜੈਸਟ ਵੈਲਿਊ ਵੀ 5 ਹੈ, ਸਮੋਲੈਸਟ ਵੈਲਿਊ ਵੀ 5 ਹੈ ਤੇ ਰੇਂਜ ਕਿੰਨੀ ਆ ਗਈ 0 ਰੇਂਜ ਦਾ ਇੱਥੇ ਮਤਲਬ ਹੈ ਕਿ ਸਾਡੇ ਕੋਲ ਜਿਹੜੀ ਡਿਸਪਰਜ਼ਨ ਹੈ ਉਹ ਕੀ ਆ ਗਈ, ਉਹ ਆ ਗਈ 0 ਆ ਗਈ। ਸਕੈਟਰਡਨੈਸ ਜਿਹੜੀ ਹੈ ਉਹ ਕੀ ਆ ਗਈ 0 ਆ ਗਈ। ਤਾਂ ਇਸ ਤਰ੍ਹਾਂ ਰਾਜੇ ਜਦੋਂ ਵੈਲਿਊ ਸੇਮ ਹੋਣ ਤਾਂ ਉਸ ਟਾਈਮ ਦੇ ਉੱਪਰ ਉਹਨਾਂ ਦੀ ਜਿਹੜੀ ਸਕੈਟਰਡਨੈਸ ਹੈ ਉਹਨੂੰ ਅਸੀਂ ਕੀ ਕਹਿੰਦੇ ਆ 0 ਕਹਿੰਦੇ ਆ। ਡਿਸਪਰਜ਼ਨ 0 ਹੁੰਦੀ ਹੈ ਉਸ ਕੇਸ 'ਚ ਜਦੋਂ ਵੈਲਿਊ ਸੇਮ ਹੋਣ। ਇਹੀ ਮੈਂ ਜਿਹੜੀਆਂ ਤੁਹਾਨੂੰ 2 ਨੋਟ ਕਰਵਾਈਆਂ ਸੀ ਗੱਲਾਂ ਉਹੀ ਆਪਾਂ ਜਿਹੜੀਆਂ ਪ੍ਰੂਵ ਵੀ ਕਰਤੀਆਂ ਇਸ ਐਗਜ਼ਾਮਪਲ ਦੇ ਵਿੱਚ। ਇੱਕ ਹੋਰ ਐਗਜ਼ਾਮਪਲ ਹੈ, ਸਾਨੂੰ ਕਹਿੰਦੇ ਰੇਂਜ ਪਤਾ ਕਰਨੀ ਹੈ ਜਦੋਂ ਸਾਡੇ ਕੋਲ ਡਾਟਾ ਗਿਵਨ ਹੈ -7, -3, -14, -1 ਤੇ -10। ਹੁਣ ਤੁਸੀਂ ਦੇਖ ਰਹੇ ਹੋ ਵੈਲਿਊ ਸਾਡੇ ਕੋਲ ਕੀ ਦੇ ਰੱਖੀਆਂ ਨੇ ਨੈਗੇਟਿਵ ਦੇ ਰੱਖੀਆਂ ਨੇ -7, -3, -14, -1 ਤੇ -10। ਤਾਂ ਇਹਨਾਂ ਦੀ ਰੇਂਜ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ, ਉਹ ਹੋਊਗੀ ਲਾਰਜੈਸਟ ਵੈਲਿਊ ਮਾਈਨਸ ਸਮੋਲੈਸਟ ਵੈਲਿਊ। ਲਾਰਜੈਸਟ ਵੈਲਿਊ ਸਾਡੇ ਕੋਲ ਕਿੰਨੀ ਹੈ ਇੱਥੇ -1 ਤੇ ਸਮੋਲੈਸਟ ਵੈਲਿਊ ਕਿੰਨੀ ਆਪਣੇ ਕੋਲ -10। ਤਾਂ ਆਪਣੇ ਕੋਲ ਕਿੰਨਾ ਆ ਗਿਆ ਰਾਜੇ ਸਮੋਲੈਸਟ ਵੈਲਿਊ ਆਪਣੇ ਕੋਲ ਕਿੰਨੀ ਆ -14 ਆਵਲੀ ਟਰਮ। ਤਾਂ ਆਪਣੇ ਕੋਲ ਕਿੰਨਾ ਆ ਗਿਆ ਰਾਜੇ ਆ ਗਿਆ -1 + 14 ਤਾਂ ਆਨਸਰ ਆ ਗਿਆ ਆਪਣੇ ਕੋਲ 13। ਤਾਂ ਤੁਸੀਂ ਦੇਖੋ ਵੈਲਿਊ ਜਿਹੜੀਆਂ ਨੇ ਸਾਡੇ ਕੋਲ ਆਬਜ਼ਰਵੇਸ਼ਨ ਜਿਹੜੀਆਂ ਨੇ ਉਹ ਤਾਂ ਨੈਗੇਟਿਵ ਹੋ ਸਕਦੀਆਂ ਨੇ ਲੇਕਿਨ ਸਾਡੇ ਕੋਲ ਜਿਹੜੀ ਡਿਸਪਰਜ਼ਨ ਹੈ ਉਹ ਕਦੇ ਵੀ ਨੈਗੇਟਿਵ ਨਹੀਂ ਹੋ ਸਕਦੀ। ਉਹ ਆਲਵੇਜ਼ ਕੀ ਹੋਊਗੀ ਗ੍ਰੇਟਰ ਦੈਨ ਐਂਡ ਇਕੁਅਲ ਟੂ 0 ਹੋਊਗੀ। ਇਹ ਵੀ ਗੱਲ ਇੱਥੋਂ ਸਾਡੇ ਕੋਲ ਸੈਕਿੰਡ ਨੋਟ ਜਿਹੜਾ ਹੈ ਪ੍ਰੂਫ ਹੋ ਜਾਂਦਾ। ਅਸੀਂ 2 ਨੋਟ ਲਿਖੇ ਸੀਗੇ ਡਿਸਪਰਜ਼ਨ ਦੇ ਕੇਸ 'ਚ। ਅਸੀਂ ਕਿਹਾ ਸੀਗਾ ਕਿ ਡਿਸਪਰਜ਼ਨ ਜਿਹੜੀ ਹੈ ਉਹ ਕੀ ਹੋਵੇਗੀ ਸੇਮ 0 ਹੋਵੇਗੀ ਜਦੋਂ ਸਾਰੀਆਂ ਵੈਲਿਊਜ਼ ਕੀ ਨੇ ਸੇਮ ਨੇ ਤੇ ਡਿਸਪਰਜ਼ਨ ਜਿਹੜੀ ਹੈ ਉਹ ਕਦੇ ਵੀ ਨੈਗੇਟਿਵ ਨਹੀਂ ਹੋ ਸਕਦੀ। ਇਹ ਅਸੀਂ ਪ੍ਰੂਵ ਕਰ ਦਿੱਤਾ ਇਹਨਾਂ 2 ਐਗਜ਼ਾਮਪਲ ਦੀ ਹੈਲਪ ਦੇ ਨਾਲ। ਤੇ ਉਸ ਤੋਂ ਬਾਅਦ ਸਾਡੇ ਕੋਲ ਨੈਕਸਟ ਆ ਜੇ ਮੀਨ ਡੈਵੀਏਸ਼ਨ ਦਾ ਜਿਹੜਾ ਕੰਸੈਪਟ ਹੈ ਉਹ ਸਮਝਣ ਤੋਂ ਪਹਿਲਾਂ ਮੈਂ ਕੁਝ ਬੇਸਿਕ ਟਰਮਸ ਤੁਹਾਨੂੰ ਦੱਸਣੀਆਂ ਚਾਹੁੰਦਾ। ਤੁਹਾਡੇ ਸਾਹਮਣੇ ਜਿਹੜਾ ਟੇਬਲ ਬਣਿਆ ਹੈ ਇਹਦੇ ਵਿੱਚ ਡਿਫਰੈਂਟ ਟਰਮਸ ਤੁਹਾਡੇ ਕੋਲ ਲਿਖੀਆਂ ਹੋਈਆਂ ਨੇ ਜਿਵੇਂ ਕਿ x ਬਾਰ, x ਮੀਡ ਤੇ x ਮੋਡ। x ਬਾਰ ਦਾ ਮਤਲਬ ਹੁੰਦਾ ਮੀਨ, ਇਹ ਆਪਣੇ ਕੋਲ ਮੀਡੀਅਨ ਹੈ, ਇਹ ਆਪਣੇ ਕੋਲ ਮੋਡ ਹੈ।
मीन अपने कोल दे रखा 6, मीडियन दे रखा 7 तो मॉड दे रखा 9 दे रखा। एक्स आई माइनस एक्स बार ਇਹਦਾ मतलब ਹੁੰਦਾ राजे डेविएशन अबाउट मीन। जो डेविएशन जो फ्लक्चुएशन सानू मीन दे विच मिली है उन्होंने असी बोलते हैं एक्स आई माइनस एक्स बार। तो जो असी उहदा मॉड कर दें तो वह बन जाती है अपने कोल एब्सोलूट डेविएशन। तो एब्सोलूट डेविएशन अबाउट मीन क्योंकि एक्स बार लग्या होया तो ये अपने कोल एब्सोलूट डेविएशन अबाउट मीन दे। थर्ड टर्म साडे कोल हैगी है एक्स आई माइनस एक्स मीडियन। ये अपने कोल हैगी है जी डेविएशन अबाउट मीडियन फाइंड आउट किया ਉਹਦੇ ਵਿੱਚ ਸਾਨੂੰ कितनी फ्लक्चुएशन मिली डैट इज़ एक्स आई माइनस एक्स एम ई। तो जो असी मॉडुलस करता तो ये बन जू एब्सोलूट डेविएशन अबाउट मीडियन दे। तो तुसी इस तरह जिहड़ियां टर्म्स ने उन्होंने याद रखना। ये अपने को आ गया एब्सोलूट डेविएशन अबाउट मीडियन दे। नैक्सट है साडे कोल एक्स आई माइनस एक्स एम ओ। ये है जी साडे कोल डेविएशन अबाउट मॉड दे। तो जो असी इहदा मॉडुलस फाइंड आउट कर लांगे तो ये बन जू साडे कोल एब्सोलूट डेविएशन। जो भी मॉड लिख दें टर्म्स का तो वह बन जाता एब्सोलूट डेविएशन अबाउट मॉड दे। नैक्सट साडे कोल हुण की कीता असी एक्स आई माइनस एक्स बार जो साडे कोल सी उहदा स्केयर करता, एक्स आई माइनस एक्स मीडियन उहदा स्केयर करता, एक्स आई माइनस एक्स मॉड उहदा स्केयर करता। तो ये रजे साडे कोल की बन गया, ये बन गया अपने कोल स्केयर ऑफ डेविएशन अबाउट मीन। सैकेंड टर्म साडे कोल बन गई स्केयर ऑफ डेविएशन अबाउट मीडियन। लास्ट टर्म जी अपने कोल बन गई, ये बन गई स्केयर ऑफ डेविएशन अबाउट मॉड। तो ये टर्म्स के जोड़े नाम ने वो याद रखने ने। ये सारे नाम्स जोड़े काम आउणगे जदों असी इस एक्स आई माइनस एक्स बार का स्केयर फाइंड आउट कर लाँगे। हुण असी कीता सिग्मा एक्स आई माइनस एक्स बार। तो ये अपने कोल क्या रजे सम ऑफ डेविएशन अबाउट मीन। ये साडे कोल सम ऑफ डेविएशन की आ गया अबाउट मीन दिया गया। तो जे उही गल करिए एक्स आई माइनस एक्स मीडियम अगर यदा सिग्मा फाइंड आउट कर लिए सम पता कर लिए तो ये आजू अपने कोल सम ऑफ डेविएशन अबाउट मीडियन। तो अगर असी एक्स आई माइनस एक्स एम ओ यदा सम पता कर लिए टोटल फाइंड आउट कर लिए तो वह आजू अपने कोल जे सम ऑफ डेविएशन अबाउट मॉड। तो इस तरह इस नाल साडे कोल डिफरेंट टर्म्स जिहड़ियां ने आ गई। इन्हां नूं याद रखना ईजी है। जदों अपने कोल एक्स आई माइनस एक्स बार है तो डेविएशन है अबाउट मीन दे। तो जदों असीं उहदा मॉड फाइंड आउट कर लिया तो वह अपने कोल आजू एब्सोलूट डेविएशन। जबकि असीं फाइंड आउट नहीं करना, जस्ट टर्म्स रिप्रजेंटेशन ਲਈ है। इन्हां विच ना प्रॉपर्टीज़ ने वो मेन जिहड़ियां काम आउंदियां ने पेपर दे विच वो याद रखनियां ने। तो जदों असीं एक्स आई माइनस एक्स बार जिसनों असीं डेविएशन कहा गया मीन दे अबाउट ਉਹਦਾ ਜਦੋਂ ਅਸੀਂ ਸਮ ਪਤਾ ਕਰ ਲਾਂਗੇ ਉਹ ਆਪਣੇ ਕੋਲ ਕੀ ਆਜੂ ਸਮ ਆਫ ਡੈਵੀਏਸ਼ਨ ਅਬਾਊਟ ਮੀਨ। ਤੇ ਜੇ ਮੀਡੀਅਨ ਦੇ ਕੇਸ 'ਚ ਪਤਾ ਕਰਾਂਗੇ ਤਾਂ ਉਹ ਆਜੂ ਆਪਣੇ ਕੋਲ ਸਮ ਆਫ ਡੈਵੀਏਸ਼ਨ ਅਬਾਊਟ ਮੀਡੀਅਨ। ਤੇ ਜੇ ਮੀਨ ਦੇ ਕੇਸ 'ਚ ਸਮ ਪਤਾ ਕਰਾਂਗੇ ਡੈਵੀਏਸ਼ਨ ਦਾ ਤਾਂ ਉਹ ਆਜੂ ਸਮ ਆਫ ਡੈਵੀਏਸ਼ਨ ਅਬਾਊਟ ਮੋਡ ਦੇ। ਤੇ ਜੇ ਗੱਲ ਕਰੀਏ ਆਪਣੇ ਕੋਲ ਜੇ ਸਮ ਆਫ ਡੈਵੀਏਸ਼ਨ ਆਫ ਸਕੇਅਰ ਇਹ ਆਪਣੇ ਕੋਲ ਕੀ ਹੈ ਸਕੇਅਰ ਵਾਲੀ ਵੈਲਿਊਜ਼ ਆ ਗਈਆਂ ਤੇ ਆਪਾਂ ਇਹਨਾਂ ਨੂੰ ਕੀ ਕਿਹਾ ਸੀ ਸਕੇਅਰ ਆਫ ਡੈਵੀਏਸ਼ਨ। ਤੇ ਜੇ ਅਗਰ ਇਹਨਾਂ ਦਾ ਸਮ ਪਤਾ ਕਰ ਲਾਂਗੇ ਉਹਨੂੰ ਅਸੀਂ ਲਿਖਾਂਗੇ ਸਿਗਮਾ एक्स आई माइनस एक्स बार दा होल स्केयर। ये आ जो रजे अपने को सम ऑफ स्केयर ऑफ डेविएशन अबाउट मीन। तो जे अगर असी यदी गल करिए तो यह आजू अपने को सम ऑफ डेविएशन अबाउट मीडियन एक्स एम ई लिख लाँगे तो यदा स्केयर। तो यह आजू रजे अपने को सम ऑफ स्केयर ऑफ डेविएशन अबाउट मॉड दे। तो इस तरह साडे कोल ये सारियां टर्म्स ने 1 2 3 4 5 6 7 8 ते 9 टोटल 9 टर्म्स ने तो 9 नाम ने। इस तरह इन्हों याद रखना भी ये किहड़ी टर्म्स ने। हुण देख लैंदे साडे कोल मीन डेविएशन। तो ये टोटल अपने कोल जिहड़ियां टर्म्स सीगियां वो मैं सामने लिख दियां। तुसीं इन्हां नूं जिहड़ा एक बार रिवाइज़ कर लो कि साडे कोल सम ऑफ एब्सोलूट डेविएशन अबाउट मीन की है, सम ऑफ एब्सोलूट डेविएशन अबाउट मीडियन की है
ਤੇ ਸਮ ਆਫ ਐਬਸੋਲੂਟ ਡੈਵੀਏਸ਼ਨ ਅਬਾਊਟ ਮੋਡ ਕੀ ਹੈ। ਸਿਗਮਾ ਜਿਹੜਾ ਸਮ ਨੂੰ ਰਿਪਰੈਜ਼ੈਂਟ ਕਰਦਾ ਹੈ ਤੇ ਅਸੀਂ ਮੋਡ ਦੀ ਗੱਲ ਕੀਤੀ ਸੀ, ਉਹ ਰਿਪਰੈਜ਼ੈਂਟ ਕਰਦਾ ਐਬਸੋਲੂਟ ਨੂੰ, ਤੇ ਐਕਸ ਆਈ ਮਾਈਨਸ ਐਕਸ ਬਾਰ ਦੀ ਗੱਲ ਕਰੀਏ ਉਹ ਰਿਪਰੈਜ਼ੈਂਟ ਕਰਦਾ ਡੈਵੀਏਸ਼ਨ ਅਬਾਊਟ ਮੀਨ ਨੂੰ, ਤੇ ਐਕਸ ਆਈ ਮਾਈਨਸ ਐਕਸ ਮੀਡੀਅਨ ਦੀ ਗੱਲ ਕਰੀਏ ਉਹ ਰਿਪਰੈਜ਼ੈਂਟ ਕਰਦਾ ਡੈਵੀਏਸ਼ਨ ਅਬਾਊਟ ਮੀਡੀਅਨ ਨੂੰ। ਐਕਸ ਆਈ ਮਾਈਨਸ ਐਕਸ ਮੋਡ ਇਹ ਰਿਪਰੈਜ਼ੈਂਟ ਕਰਦਾ ਹੈ ਡੈਵੀਏਸ਼ਨ ਅਬਾਊਟ ਮੋਡ ਨੂੰ। ਤਾਂ ਇਹ ਸਾਡੇ ਕੋਲ ਕੁਝ ਟਰਮ ਸੀਗੀਆਂ। ਹੁਣ ਨੈਕਸਟ ਸਾਡੇ ਕੋਲ ਕਰਦੇ ਮੀਨ ਡੈਵੀਏਸ਼ਨ। ਮੀਨ ਡੈਵੀਏਸ਼ਨ ਦਾ ਮਤਲਬ ਹੁੰਦਾ ਹੈ ਰਾਜੇ ਕਿ ਸਾਰੀਆਂ ਡੈਵੀਏਸ਼ਨ ਦਾ ਮੀਨ ਕੈਲਕੂਲੇਟ ਕਰਨਾ। ਮੀਨ ਦਾ ਮਤਲਬ ਹੁੰਦਾ ਸਾਡੇ ਕੋਲ ਸਮ ਆਫ ਆਲ ਵੈਲਿਊਜ਼, ਜਿੰਨੀਆਂ ਵੀ ਸਾਡੇ ਕੋਲ ਵੈਲਿਊਜ਼ ਨੇ, ਤੇ ਨੀਚੇ ਹੁੰਦਾ ਨੰਬਰ ਆਫ ਵੈਲਿਊਜ਼ ਦੇ। ਤੇ ਜੇ ਗੱਲ ਕਰੀਏ ਮੀਨ ਡੈਵੀਏਸ਼ਨ ਦੀ, ਤਾਂ ਮੀਨ ਡੈਵੀਏਸ਼ਨ ਕਿਸ ਤਰ੍ਹਾਂ ਹੋਊਗਾ, ਮੀਨ ਦੇ ਨਾਲ ਸਿਰਫ ਡੈਵੀਏਸ਼ਨ ਲੱਗ ਗਿਆ, ਉਹ ਬਰਾਬਰ ਹੋਵੇਗਾ ਸਮ ਆਫ ਆਲ ਡੈਵੀਏਸ਼ਨ, ਜਿੰਨੀਆਂ ਵੀ ਡੈਵੀਏਸ਼ਨ ਨੇ ਉਹਨਾਂ ਦਾ ਸਮ ਡਿਵਾਈਡਡ ਬਾਈ ਨੰਬਰ ਆਫ ਡੈਵੀਏਸ਼ਨਸ ਦੇ, ਨੰਬਰ ਆਫ ਡੈਵੀਏਸ਼ਨ। ਇਹ ਸਾਡੇ ਕੋਲ ਆ ਗਿਆ ਮੀਨ ਡੈਵੀਏਸ਼ਨ। ਹੁਣ ਸਮ ਆਫ ਡੈਵੀਏਸ਼ਨ ਅਸੀਂ ਆਲਰੇਡੀ ਪੜ੍ਹਿਆ ਸੀਗਾ ਕਿ ਅਗਰ ਗੱਲ ਕਰੀਏ ਸਿਗਮਾ ਐਕਸ ਆਈ ਮਾਈਨਸ ਐਕਸ ਬਾਰ ਦੀ, ਤਾਂ ਅਸੀਂ ਪੜ੍ਹਿਆ ਸੀ ਕਿ ਸਮ ਆਫ ਡੈਵੀਏਸ਼ਨ, ਕਿਹੜੀ ਡੈਵੀਏਸ਼ਨ, ਐਬਸੋਲੂਟ ਡੈਵੀਏਸ਼ਨ। ਹੁਣ ਅਸੀਂ ਐਬਸੋਲੂਟ ਸੀਰੀਜ਼ ਪੜ੍ਹ ਰਹੇ ਹਾਂ, ਐਬਸੋਲੂਟ ਮੈਜ਼ਰਮੈਂਟ ਪੜ੍ਹ ਰਹੇ ਹਾਂ, ਤਾਂ ਅਸੀਂ ਇੱਥੇ ਸਮ ਪਤਾ ਕਰਾਂਗੇ ਐਬਸੋਲੂਟ ਡੈਵੀਏਸ਼ਨ ਦਾ। ਤਾਂ ਸਮ ਆਫ ਐਬਸੋਲੂਟ ਡੈਵੀਏਸ਼ਨ ਅਬਾਊਟ ਮੀਨ, ਇਹ ਸਾਡੇ ਕੋਲ ਰਿਪਰੈਜ਼ੈਂਟ ਕਰ ਰਿਹਾ ਐਕਸ ਆਈ ਮਾਈਨਸ ਐਕਸ ਬਾਰ ਦਾ ਮੋਡੂਲਸ, ਤੇ ਸਿਗਮਾ ਦਾ ਰਿਪਰੈਜ਼ੈਂਟ ਕਰ ਰਿਹਾ ਸਮ ਨੂੰ। ਤਾਂ ਮੀਨ ਡੈਵੀਏਸ਼ਨ ਕੀ ਆ ਜੂ, ਸਿਗਮਾ ਐਕਸ ਆਈ ਮੋਡੂਲਸ ਮਾਈਨਸ ਐਕਸ ਬਾਰ ਡਿਵਾਈਡਡ ਬਾਈ ਐਨ। ਤੇ ਜੇ ਮੀਨ ਡੈਵੀਏਸ਼ਨ ਅਬਾਊਟ ਮੀਡੀਅਨ ਦੀ ਗੱਲ ਕਰੀਏ ਕਿ ਅਗਰ ਡੈਵੀਏਸ਼ਨ ਫਾਈਂਡ ਆਊਟ ਕਰਨੀ ਹੋਵੇ ਮੀਨ ਦੀ ਅਬਾਊਟ ਮੀਡੀਅਨ, ਤਾਂ ਉਹ ਆਪਣੇ ਕੋਲ ਆ ਜੂ ਰਾਜੇ ਇਜ਼ ਇਕੁਅਲ ਟੂ ਸਿਗਮਾ ਐਕਸ ਆਈ ਮਾਈਨਸ ਐਕਸ ਮੀਡੀਅਨ ਡਿਵਾਈਡਡ ਬਾਈ ਐਨ ਦੇ। ਕਿਉਂਕਿ ਸਾਨੂੰ ਪਤਾ ਮੀਨ ਕਿਸ ਤਰ੍ਹਾਂ ਫਾਈਂਡ ਆਊਟ ਕਰਦੇ ਆ, ਮੀਨ ਫਾਈਂਡ ਆਊਟ ਕਰਦੇ ਆ ਸਮ ਆਫ ਆਲ ਵੈਲਿਊਜ਼ ਡਿਵਾਈਡਡ ਬਾਈ ਨੰਬਰ ਆਫ ਵੈਲਿਊਜ਼। ਲੇਕਿਨ ਇਸ ਵਕਤ ਮੀਨ ਕਿਸ ਤੇ ਅਬਾਊਟ ਫਾਈਂਡ ਆਊਟ ਕਰਨੀ ਹੈ, ਮੀਡੀਅਨ, ਇਸੇ ਕਰਕੇ ਮੈਂ ਕੀ ਚੂਜ਼ ਕੀਤਾ ਐਕਸ ਮੀਡੀਅਨ ਨੂੰ। ਤੇ ਜੇ ਮੀਨ ਫਾਈਂਡ ਆਊਟ ਕਰਨਾ ਹੋਵੇ, ਮੀਨ ਡੈਵੀਏਸ਼ਨ ਫਾਈਂਡ ਆਊਟ ਕਰਨੀ ਹੋਵੇ ਅਬਾਊਟ ਮੋਡ ਤੇ, ਤਾਂ ਬਰਾਬਰ ਆ ਜੂ ਸਿਗਮਾ ਐਕਸ ਆਈ ਮਾਈਨਸ ਐਕਸ ਮੋਡ ਡਿਵਾਈਡਡ ਬਾਈ ਐਨ ਦੇ। ਤਾਂ ਇਸ ਤਰ੍ਹਾਂ ਅਸੀਂ ਮੀਨ ਡੈਵੀਏਸ਼ਨ ਫਾਈਂਡ ਆਊਟ ਕਰ ਸਕਦੇ ਹਾਂ ਅਬਾਊਟ ਮੀਨ ਦੇ, ਮੀਨ ਡੈਵੀਏਸ਼ਨ ਫਾਈਂਡ ਆਊਟ ਕਰ ਸਕਦੇ ਹਾਂ ਅਬਾਊਟ ਮੀਡੀਅਨ ਦੇ, ਤੇ ਮੀਨ ਡੈਵੀਏਸ਼ਨ ਫਾਈਂਡ ਕਰ ਸਕਦੇ ਹਾਂ ਅਬਾਊਟ ਮੋਡ ਦੇ। ਤੇ ਅਸੀਂ ਜਿਹੜਾ ਹੈ ਫਾਈਂਡ ਆਊਟ ਕਰਨਾ ਹੋਵੇ ਕੋਫੀਸ਼ੀਐਂਟ ਨੂੰ, ਕਿਉਂਕਿ ਅਸੀਂ ਦੋ ਤਰ੍ਹਾਂ ਦੀ ਡਿਸਪਰਜ਼ਨ ਪੜ੍ਹੀ ਹੈ, ਇੱਕ ਤਾਂ ਐਬਸੋਲੂਟ ਤੇ ਇੱਕ ਰੈਲੇਟਿਵ। ਐਬਸੋਲੂਟ ਦੇ ਵਿੱਚ ਅਸੀਂ ਫਾਈਂਡ ਆਊਟ ਕੀਤਾ ਕਿ ਮੀਨ ਡੈਵੀਏਸ਼ਨ ਅਬਾਊਟ ਮੀਨ, ਕਿਉਂਕਿ ਇਹ ਐਬਸੋਲੂਟ ਕਰ ਰਹੇ ਹਾਂ ਤਾਂ ਐਬਸੋਲੂਟ ਜਿਹੜੀ ਆ ਡੈਵੀਏਸ਼ਨ ਪੜ੍ਹ ਰਹੇ ਹਾਂ। ਹੁਣ ਜੇ ਅਗਰ ਰੈਲੇਟਿਵ ਦੀ ਗੱਲ ਕਰੀਏ ਤਾਂ ਅਸੀਂ ਫਾਈਂਡ ਆਊਟ ਕਰਦੇ ਹੁੰਦੇ ਹਾਂ ਕੋਫੀਸ਼ੀਐਂਟ। ਤਾਂ ਕੋਫੀਸ਼ੀਐਂਟ ਫਾਈਂਡ ਆਊਟ ਕਰਨਾ ਹੋਵੇ ਮੀਨ ਡੈਵੀਏਸ਼ਨ ਅਬਾਊਟ ਮੀਨ ਦਾ, ਕੋਫੀਸ਼ੀਐਂਟ ਆਫ ਮੀਨ ਡੈਵੀਏਸ਼ਨ ਅਬਾਊਟ ਮੀਨ, ਉਹ ਸਾਡੇ ਕੋਲ ਬਰਾਬਰ ਹੋਵੇਗਾ ਮੀਨ ਡੈਵੀਏਸ਼ਨ ਅਬਾਊਟ ਮੀਡੀਅਨ ਮੀਨ ਦੇ, ਮੀਨ ਡੈਵੀਏਸ਼ਨ ਅਬਾਊਟ ਮੀਨ ਦੇ, ਤੇ ਡਿਵਾਈਡ ਕਰ ਦਾਂਗੇ ਉਹਨੂੰ ਮੀਨ ਦੇ ਨਾਲ। ਤੇ ਜਦੋਂ ਤੁਸੀਂ ਕੋਫੀਸ਼ੀਐਂਟ ਫਾਈਂਡ ਆਊਟ ਕਰਨਾ ਹੈ, ਕੁਝ ਨਹੀਂ ਕਰਨਾ, ਆਹ ਵੈਲਿਊ ਫਾਈਂਡ ਆਊਟ ਕਰਕੇ ਇਹਨੂੰ ਡਿਵਾਈਡ ਕਰ ਦਿਓ ਮੀਨ ਦੇ ਨਾਲ। ਤੇ ਜਦੋਂ ਅਸੀਂ ਕੋਫੀਸ਼ੀਐਂਟ ਫਾਈਂਡ ਆਊਟ ਕਰਨਾ ਹੈ ਮੀਨ ਡੈਵੀਏਸ਼ਨ ਅਬਾਊਟ ਮੀਡੀਅਨ ਦਾ, ਇਹ ਤਾਂ ਸਾਡੇ ਕੋਲ ਸੀ ਕੋਫੀਸ਼ੀਐਂਟ ਆਫ ਮੀਨ ਡੈਵੀਏਸ਼ਨ ਅਬਾਊਟ ਮੀਨ। ਹੁਣ ਅਸੀਂ ਕੋਫੀਸ਼ੀਐਂਟ ਫਾਈਂਡ ਆਊਟ ਕਰਨਾ ਹੈ ਮੀਨ ਡੈਵੀਏਸ਼ਨ ਅਬਾਊਟ ਮੀਡੀਅਨ ਦੇ, ਤਾਂ ਉਹ ਬਰਾਬਰ ਹੋਊਗਾ ਮੀਨ ਡੈਵੀਏਸ਼ਨ ਅਬਾਊਟ ਮੀਡੀਅਨ, ਤੇ ਉਹਨੂੰ ਡਿਵਾਈਡ ਕਰ ਦੇਣਾ ਮੀਡੀਅਨ ਦੇ ਨਾਲ, ਖਾਲੀ ਮੀਡੀਅਨ ਦੇ ਨਾਲ। ਤੇ ਜੇ ਅਸੀਂ ਕੋਫੀਸ਼ੀਐਂਟ ਫਾਈਂਡ ਆਊਟ ਕਰਨਾ ਹੋਵੇ ਮੀਨ ਡੈਵੀਏਸ਼ਨ ਅਬਾਊਟ ਮੋਡ ਦਾ, ਤਾਂ ਉਹ ਰਾਜੇ ਕਿਹਦੇ ਬਰਾਬਰ ਹੋਊਗਾ, ਉਹ ਹੋਊਗਾ ਮੀਨ ਡੈਵੀਏਸ਼ਨ ਅਬਾਊਟ ਮੋਡ ਡਿਵਾਈਡਡ ਬਾਏ ਮੋਡ ਦੇ, ਕਿ ਜੋ ਇਹ ਵੈਲਿਊ ਆ ਜੂਗੀ ਆਪਣੇ ਕੋਲ, ਇਹਨੂੰ ਮੋਡ ਨਾਲ ਡਿਵਾਈਡ ਕਰ ਦਿਓ ਤਾਂ ਤੁਹਾਡੇ ਕੋਲ ਕੀ ਆ ਜੂ, ਕੋਫੀਸ਼ੀਐਂਟ ਆ ਜੂ ਮੀਨ ਡੈਵੀਏਸ਼ਨ ਅਬਾਊਟ ਮੋਡ ਦੇ। ਇਹ ਆਪਣੇ ਕੋਲ ਹੈਗੀ ਹੈ ਐਬਸੋਲੂਟ ਡੈਵੀਏਸ਼ਨ, ਐਬਸੋਲੂਟ ਇੱਦਾਂ ਗੱਲ ਹੋ ਰਹੀ ਹੈ, ਮੀਨ ਡੈਵੀਏਸ਼ਨ ਜਿਹੜੀ ਆਪਣੇ ਕੋਲ ਐਬਸੋਲੂਟ ਹੋ ਰਹੀ ਹੈ। ਤਾਂ ਇਹ ਆਪਣੇ ਕੋਲ ਕਿਹੜੀ ਹੋ ਰਹੀ ਹੈ, ਰੈਲੇਟਿਵ, ਜਿਸ 'ਚ ਅਸੀਂ ਕੋਫੀਸ਼ੀਐਂਟ ਫਾਈਂਡ ਆਊਟ ਕਰਦੇ ਹਾਂ। ਐਬਸੋਲੂਟ ਡੈਵੀਏਸ਼ਨ ਅਸੀਂ ਕਿਹਾ ਸੀ ਕਿਸੇ ਤੇ ਡਿਪੈਂਡ ਨਹੀਂ ਕਰਦੀ, ਲੇਕਿਨ ਰੈਲੇਟਿਵ ਡੈਵੀਏਸ਼ਨ ਡਿਪੈਂਡ ਕਰਦੀ ਹੈ। ਆ ਦੇਖੋ ਰੈਲੇਟਿਵ ਡੈਵੀਏਸ਼ਨ ਡਿਪੈਂਡ ਕਰਦੀ ਹੈ ਮੀਨ ਡੈਵੀਏਸ਼ਨ ਆਫ ਮੀਨ ਦੇ ਉੱਪਰ। ਤਾਂ ਇਸ ਤਰ੍ਹਾਂ ਕੁਐਸਚਨ ਅਗਰ ਆ ਜਾਂਦਾ ਥਿਓਰੇਟੀਕਲ ਕੁਐਸਚਨ, ਤਾਂ ਉਸ 'ਚ ਪੁੱਛ ਸਕਦੇ ਨੇ ਤੁਹਾਡੇ ਤੋਂ ਕਿ ਮੀਨ ਡੈਵੀਏਸ਼ਨ ਅਬਾਊਟ ਮੀਨ ਦਾ ਫਾਰਮੂਲਾ ਕੀ ਹੈ, ਜਾਂ ਕੋਫੀਸ਼ੀਐਂਟ ਆਫ ਮੀਨ ਡੈਵੀਏਸ਼ਨ ਅਬਾਊਟ ਮੀਨ ਦਾ ਕਰੈਕਟ ਫਾਰਮੂਲਾ ਕੀ ਹੈ। ਤਾਂ ਆਪਸ਼ਨਸ ਦੇ ਰੱਖ ਸਕਦੇ ਨੇ, ਤਾਂ ਉੱਥੇ ਕਰੈਕਟ ਆਪਸ਼ਨ ਚੂਜ਼ ਕਰਨੀ ਹੈ। ਐਗਜ਼ਾਮਪਲਸ ਨੇ ਸਾਡੇ ਕੋਲ, ਕਹਿੰਦੇ ਫਸਟ ਐਗਜ਼ਾਮਪਲ ਕੀ ਹੈ ਸਾਡੇ ਕੋਲ, ਕਹਿੰਦੇ ਮੀਨ ਫਾਈਂਡ ਆਊਟ ਕਰੋ, ਮੀਨ ਡੈਵੀਏਸ਼ਨ ਫਾਈਂਡ ਆਊਟ ਕਰੋ ਇਸ ਫੋਲੋਇੰਗ ਡਾਟਾ ਦੇ। ਤਾਂ ਸਾਨੂੰ ਪਤਾ ਮੀਨ ਡੈਵੀਏਸ਼ਨ ਜਾਂ ਫਿਰ ਮੀਨ ਡੈਵੀਏਸ਼ਨ ਅਬਾਊਟ ਮੀਨ ਸਾਡੇ ਕੋਲ ਬਰਾਬਰ ਹੈ ਸਮੀਸ਼ਨ
ਮੋਡ ਆਫ ਐਕਸ ਆਈ ਮਾਈਨਸ ਐਕਸ ਬਾਰ ਮੋਡ ਡਿਵਾਈਡਡ ਬਾਈ ਨੰਬਰ ਆਫ ਟਰਮਸ ਦੇ। ਹੁਣ ਇੱਥੇ ਐਕਸ ਆਈ ਕਿੰਨਾ ਆਪਣੇ ਕੋਲ, ਉਹ ਹੈ 5, 3, 7, 9, 11 ਅਤੇ ਐਕਸ ਬਾਰ ਮਤਲਬ ਇਹਦਾ ਮੀਨ ਕਿੰਨਾ, ਉਹ ਆ ਜੂ 5 + 3 + 7 + 9 + 11 ਡਿਵਾਈਡਡ ਬਾਈ ਨੰਬਰ ਆਫ ਟਰਮਸ ਦੇ। ਤਾਂ ਆਪਣੇ ਕੋਲ ਮੀਨ ਕਿੰਨਾ ਆ ਗਿਆ, ਇਹ ਆ ਗਿਆ ਸਾਡੇ ਕੋਲ ਜੇ 35/5, ਤਾਂ ਆਨਸਰ ਆ ਗਿਆ 7। ਮੀਨ ਆਪਣੇ ਕੋਲ ਕਿੰਨਾ ਆ ਗਿਆ 7। ਹੁਣ ਅਸੀਂ ਫਾਈਂਡ ਕੀ ਕਰਨਾ, ਐਕਸ ਆਈ ਮਾਈਨਸ ਐਕਸ ਬਾਰ, ਉਹ ਆਪਣੇ ਕੋਲ ਕਿੰਨਾ ਆ ਜਾਊਗਾ 5 - 7, 3 - 7, 7 - 7, 9 - 7 ਅਤੇ 11 - 7 ਦੇ। ਪਰ ਅਸੀਂ ਇਹਦਾ ਮੋਡੂਲਸ ਫਾਈਂਡ ਆਊਟ ਕਰਨਾ ਹੈ, ਕਿਉਂਕਿ ਉੱਪਰ ਸਾਡੇ ਕੋਲ ਕੀ ਹੈ ਮੋਡ ਹੈ, ਕਿਉਂਕਿ ਅਸੀਂ ਐਬਸਲੂਟ ਜਿਹੜੀ ਹੈ ਡੈਵੀਏਸ਼ਨ ਲੈ ਰਹੇ ਹਾਂ। ਤਾਂ 5 - 7 ਦਾ ਮੋਡ, 3 - 7 ਦਾ ਮੋਡ, 7 - 7 ਦਾ ਮੋਡ, 9 - 7 ਦਾ ਮੋਡ ਅਤੇ 11 - 7 ਦਾ ਮੋਡ। ਮੋਡ ਨਾਲ ਕੀ ਹੋ ਜੂ, ਨੈਗੇਟਿਵ ਟਰਮ ਕੀ ਹੋ ਜੂਗੀ, ਪੋਜ਼ੀਟਿਵ ਹੋ ਜੂ। ਤਾਂ ਆਪਣੇ ਕੋਲ ਕਿੰਨਾ ਆ ਗਿਆ ਰਾਜੇ 2, ਇਹ ਆ ਗਿਆ 4, ਇਹ ਆ ਗਿਆ 0 ਅਤੇ ਆਪਣੇ ਕੋਲ ਆ ਗਿਆ 2 ਅਤੇ ਇਹ ਆ ਗਿਆ ਆਪਣੇ ਕੋਲ 4। ਤਾਂ ਇਹ ਆਪਣੇ ਕੋਲ ਐਕਸ ਆਈ ਮਾਈਨਸ ਐਕਸ ਬਾਰ ਦੇ ਮੋਡ ਦੀ ਵੈਲਿਊ ਆ ਗਈ। ਅਤੇ ਹੁਣ ਇੱਥੇ ਅਸੀਂ ਕੀ ਕਰਾਂਗੇ, ਸਮ ਕਰਾਂਗੇ, ਕਿਉਂਕਿ ਅਸੀਂ ਫਾਈਂਡ ਆਊਟ ਕੀ ਕਰਨਾ ਹੈ, ਸਮੀਸ਼ਨ ਆਫ ਮੋਡ ਆਫ ਐਕਸ ਆਈ ਮਾਈਨਸ ਐਕਸ ਬਾਰ, ਉਹ ਆ ਜਾਊ ਆਪਣੇ ਕੋਲ 2 + 4 + 0 + 2 + 4 ਡਿਵਾਈਡਡ ਬਾਈ ਨੰਬਰ ਆਫ ਟਰਮਸ ਕਿੰਨੀਆਂ ਨੇ ਸਾਡੇ ਕੋਲ 5। ਤਾਂ ਇਹ ਆਪਣੇ ਕੋਲ ਕਿੰਨਾ ਆ ਜਾਊਗਾ 2 4 6, 2 4 6, 12/5 ਆ ਗਿਆ ਆਪਣੇ ਕੋਲ ਆਨਸਰ, ਜਿਸ ਨੂੰ ਅਸੀਂ ਕੀ ਲਿਖ ਸਕਦੇ ਹਾਂ 2.4। ਤਾਂ ਇਸ ਤਰ੍ਹਾਂ ਅਸੀਂ ਮੀਨ ਡੈਵੀਏਸ਼ਨ ਫਾਈਂਡ ਆਊਟ ਕਰ ਸਕਦੇ ਹਾਂ ਅਬਾਊਟ ਮੀਨ। ਨੈਕਸਟ ਕੁਐਸਚਨ 'ਚ ਰਜੇ ਕਿਹਾ ਗਿਆ ਕਿ ਮੀਨ ਡੈਵੀਏਸ਼ਨ ਅਬਾਊਟ ਮੀਡੀਅਨ ਫਾਈਂਡ ਆਊਟ ਕਰਨਾ ਹੈ। ਤਾਂ ਤੁਹਾਨੂੰ ਫਾਰਮੂਲਾ ਆਲਰੇਡੀ ਪਤਾ ਹੈ, ਤਾਂ ਤੁਸੀਂ ਜਿਹੜਾ ਫਾਈਂਡ ਆਊਟ ਕਰਕੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਆਨਸਰ ਜਿਹੜਾ ਜ਼ਰੂਰ ਦੱਸਣਾ ਕਿ ਮੀਨ ਡੈਵੀਏਸ਼ਨ ਅਬਾਊਟ ਮੀਡੀਅਨ ਦਾ ਆਨਸਰ ਕਿੰਨਾ ਆ ਗਿਆ। ਮੈਂ ਤੁਹਾਨੂੰ ਇਹਨਾਂ ਦੀਆਂ ਆਪਸ਼ਨਸ ਵੀ ਦੇ ਦਿੰਦਾ। ਆਪਸ਼ਨ ਆ ਸਾਡੇ ਕੋਲ 2.1, ਬੀ ਆਪਸ਼ਨ ਆ ਸਾਡੇ ਕੋਲ 2.5, ਸੀ ਆਪਸ਼ਨ ਆਪਣੇ ਕੋਲ 2.4 ਅਤੇ ਡੀ ਆਪਸ਼ਨ ਆਪਣੇ ਕੋਲ 3.4। ਤਾਂ ਤੁਸੀਂ ਇਹਦਾ ਮੀਡੀਅਨ ਜਿਹੜਾ ਅਬਾਊਟ ਮੀਨ ਡੈਵੀਏਸ਼ਨ ਫਾਈਂਡ ਆਊਟ ਕਰਿਓ ਅਬਾਊਟ ਮੀਡੀਅਨ, ਅਤੇ ਮੈਨੂੰ ਜਿਹੜਾ ਆਨਸਰ ਜ਼ਰੂਰ ਜਿਹੜਾ ਦੱਸਣਾ ਹੈ। ਨੈਕਸਟ ਸਾਡੇ ਕੋਲ ਰਜੇ ਹੈ ਕੁਆਰਟਾਈਲ ਡੈਵੀਏਸ਼ਨ, ਜਾਂ ਫਿਰ ਦੂਸਰਾ ਨਾਮ ਉਹਦਾ ਸੈਮੀ ਇੰਟਰ ਕੁਆਰਟਾਈਲ ਰੇਂਜ। ਇੱਥੇ ਇੰਟਰ ਜੋ ਸਾਡੇ ਕੋਲ ਸ਼ਬਦ ਹੈ, ਇੰਟਰ ਕੁਆਰਟਾਈਲ ਰੇਂਜ ਸਾਡੇ ਕੋਲ ਜਿਹੜਾ ਸ਼ਬਦ ਹੈ, ਇਹਦਾ ਮਤਲਬ ਹੁੰਦਾ ਹੈ ਲਾਰਜੈਸਟ ਵੈਲਿਊ 'ਚੋਂ ਮਾਈਨਸ ਕਰ ਦਿਓ ਸਮੋਲੈਸਟ ਵੈਲਿਊ, ਜੋ ਅਸੀਂ ਰੇਂਜ ਵਿੱਚ ਵੀ ਕੀਤਾ। ਅਤੇ ਅਗਰ ਸੈਮੀ ਇੰਟਰ ਕੁਆਰਟਾਈਲ ਰੇਂਜ ਦੀ ਗੱਲ ਕਰੀਏ, ਉਹਦਾ ਮਤਲਬ ਹੁੰਦਾ ਲਾਰਜੈਸਟ 'ਚੋਂ ਸਮੋਲੈਸਟ ਮਾਈਨਸ ਕਰਕੇ ਉਹਨੂੰ 1/2 ਨਾਲ ਮਲਟੀਪਲਾਈ ਕਰ ਦਿਓ, ਜਾਂ ਫਿਰ ਦੂਸਰੇ ਸ਼ਬਦਾਂ ਵਿੱਚ L - S ਡਿਵਾਈਡਡ ਬਾਏ 2। ਇਹ ਆਪਣੇ ਕੋਲ ਕੀ ਹੈ ਇੰਟਰ ਕੁਆਰਟਾਈਲ ਰੇਂਜ, ਜਿਸ ਨੂੰ ਅਸੀਂ ਕੁਆਰਟਾਈਲ ਡੈਵੀਏਸ਼ਨ ਵੀ ਕਹਿ ਦਿੰਦੇ ਹਾਂ। ਹੁਣ ਕੁਆਰਟਾਈਲ ਡੈਵੀਏਸ਼ਨ ਤੋਂ ਤਾਂ ਆਹ ਫਾਰਮੂਲਾ ਯਾਦ ਰੱਖਣਾ ਔਖਾ, ਇਸ ਲਈ ਅਸੀਂ ਇਹਦਾ ਦੂਸਰਾ ਨਾਮ ਜੋ ਕਿ ਸੈਮੀ ਇੰਟਰ ਕੁਆਰਟਾਈਲ ਰੇਂਜ ਹੈ, ਉਹਨੂੰ ਯਾਦ ਰੱਖ ਲੈਂਦੇ, ਜਿਹਦੇ ਨਾਲ ਸਾਡੇ ਕੋਲ ਫਾਰਮੂਲਾ ਯਾਦ ਰੱਖਣਾ ਈਜ਼ੀ ਹੋ ਜਾਂਦਾ ਹੈ। ਹੁਣ ਇੱਥੇ ਗੱਲ ਕਰੀਏ ਕੁਆਰਟਾਈਲਸ ਦੀ, ਤਾਂ ਕੁਆਰਟਾਈਲ ਸਾਡੇ ਕੋਲ ਹੁੰਦੇ ਨੇ Q1, Q2 ਅਤੇ Q3। ਅਤੇ ਸਾਨੂੰ ਪਤਾ ਹੈ Q1 ਜਿਹੜਾ ਬਰਾਬਰ ਹੁੰਦਾ ਹੈ, ਉਹ ਬਰਾਬਰ ਹੁੰਦਾ ਹੈ 1 × n + 1 ਡਿਵਾਈਡਡ ਬਾਏ 4th ਟਰਮ ਦੇ। ਅਤੇ Q2 ਦੀ ਗੱਲ ਕਰੀਏ, ਉਹ ਬਰਾਬਰ ਹੁੰਦਾ 2 × n + 1 ਬਾਏ 4th ਟਰਮ ਦੇ। Q3 ਸਾਡੇ ਕੋਲ ਬਰਾਬਰ ਹੁੰਦਾ 3 × n + 1 ਬਾਏ 4th ਟਰਮ ਦੇ। ਤਾਂ Q1, Q2, Q3 ਦੀ ਵੈਲਿਊ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ। ਤਾਂ ਇਹ ਆਪਣੇ ਕੋਲ ਕੀ ਨੇ ਕੁਆਰਟਾਈਲਸ ਨੇ। ਹੁਣ ਗੱਲ ਕਰੀਏ ਕੁਆਰਟਾਈਲ ਡੈਵੀਏਸ਼ਨ ਦੀ, ਤਾਂ ਉਹ ਬਰਾਬਰ ਹੈ ਲਾਰਜੈਸਟ ਵੈਲਿਊ ਮਾਈਨਸ ਸਮੋਲੈਸਟ ਵੈਲਿਊ ਡਿਵਾਈਡਡ ਬਾਈ 2 ਦੇ। ਹੁਣ ਆਪਣੇ ਕੋਲ ਲਾਰਜੈਸਟ ਵੈਲਿਊ ਕੀ ਹੈ Q3 ਹੈ, ਇਹ ਅਸੀਂ ਫਾਰਮੂਲਾ ਬਣਾ ਰਹੇ ਹਾਂ। ਲਾਰਜੈਸਟ ਵੈਲਿਊ ਆਪਣੇ ਕੋਲ ਕੀ ਹੈ Q3, ਅਤੇ ਸਮੋਲੈਸਟ ਵੈਲਿਊ ਆਪਣੇ ਕੋਲ ਕੀ ਹੈ, ਉਹ ਹੈ Q1। ਤਾਂ ਫਾਰਮੂਲਾ ਕੀ ਆ ਗਿਆ Q3 - Q1 ਡਿਵਾਈਡਡ ਬਾਏ 2 ਦੇ। ਇਹ ਆਪਣੇ ਕੋਲ ਫਾਰਮੂਲਾ ਹੈਗਾ ਜੋ ਅਸੀਂ ਕੰਮ ਆਊਗਾ ਸਾਡਾ ਕੁਐਸਚਨ ਨੂੰ ਸੋਲਵ ਕਰਨ ਦੇ ਵਿੱਚ। ਡੈਟ ਇਜ਼ ਕਿ Q3 - Q1 ਡਿਵਾਈਡਡ ਬਾਈ 2, ਅਤੇ Q3 ਦੀ ਵੈਲਿਊ ਜਿਹੜੀ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ, ਆਲਰੇਡੀ ਕੁਆਰਟਾਈਲਸ ਫਾਈਂਡ ਆਊਟ ਕਰ ਲਏ, ਅਤੇ Q1 ਦੀ ਵੈਲਿਊ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ ਇਸ ਫਾਰਮੂਲੇ ਤੋਂ। ਤਾਂ ਇਸ ਤਰ੍ਹਾਂ ਅਸੀਂ ਜਿਹੜਾ ਹੈ ਕੁਆਰਟਾਈਲ ਡੈਵੀਏਸ਼ਨ ਜਾਂ ਫਿਰ ਸੈਮੀ ਇੰਟਰ ਕੁਆਰਟਾਈਲ ਰੇਂਜ ਫਾਈਂਡ ਆਊਟ ਕਰ ਸਕਦੇ ਹਾਂ। ਹੁਣ ਇੱਕ ਐਗਜ਼ਾਮਪਲ ਦੇਖ ਲੈਂਦੇ ਹਾਂ। ਐਗਜ਼ਾਮਪਲ ਇੱਥੇ ਅਗਲੇ ਪੇਜ 'ਤੇ ਦੇਖ ਲੈਣਾ ਜੀ। ਐਗਜ਼ਾਮਪਲ ਹੈ ਸਾਡੇ ਕੋਲ, ਕਹਿੰਦੇ ਫਾਈਂਡ ਕੁਆਰਟਾਈਲ ਡੈਵੀਏਸ਼ਨ of data having first and third quartiles are 16 and 26।
ਕਹਿੰਦਾ ਅਸੀਂ ਕੁਆਰਟਾਈਲ ਡੈਵੀਏਸ਼ਨ ਪਤਾ ਕਰਨੀ ਕਿਸੇ ਡਾਟਾ ਦੀ ਜਿਹਦੇ ਵਿੱਚੋਂ ਸਾਡੇ ਕੋਲ ਫਸਟ ਤੇ ਥਰਡ ਕੁਆਰਟਾਈਲ ਜਿਹੜਾ ਉਹਦੀ ਵੈਲਿਊ 16 ਤੇ 26 ਦੇ ਰੱਖੀ ਹੈ। ਹੁਣ ਆਪਾਂ ਨੂੰ ਇੱਥੇ ਗਿਵਨ ਕੀ ਹੈ, ਸਾਨੂੰ ਗਿਵਨ ਹੈ Q1 ਜੋ ਕਿ ਵੈਲਿਊ 16 ਦੇ ਰੱਖੀ ਹੈ ਤੇ ਸਾਨੂੰ ਗਿਵਨ ਹੈ Q3 ਜਿਸ ਦੀ ਵੈਲਿਊ 26 ਦੇ ਰੱਖੀ ਹੈ ਤੇ ਅਸੀਂ ਕੁਆਰਟਾਈਲ ਡੈਵੀਏਸ਼ਨ ਫਾਈਂਡ ਆਊਟ ਕਰਨੀ ਹੈ ਜਿਸ ਦਾ ਫਾਰਮੂਲਾ ਕੀ ਹੈ Q3 ਮਾਈਨਸ Q1 ਡਿਵਾਈਡਡ ਬਾਏ 2 ਦੇ। ਠੀਕ ਹੈ ਜੀ। ਤੇ Q3 ਦੀ ਵੈਲਿਊ ਆਪਣੇ ਕੋਲ ਕਿੰਨੀ ਹੈ 26 ਮਾਈਨਸ 16 ਡਿਵਾਈਡਡ ਬਾਏ ਆਪਣੇ ਕੋਲ ਕਿੰਨਾ ਆ ਗਿਆ 2 ਆ ਗਿਆ। ਤਾਂ ਇਹ ਆ ਗਿਆ ਆਪਣੇ ਕੋਲ 10/2 ਤੇ 5 ਕੀ ਆ ਗਿਆ ਆਪਣੇ ਕੋਲ ਕੁਆਰਟਾਈਲ ਡੈਵੀਏਸ਼ਨ। ਹੁਣ ਅਸੀਂ ਗੱਲ ਕਰੀਏ ਜੇ ਸਾਨੂੰ ਇਹ ਕਹਿ ਦੇਣ ਕਿ ਕੋਫੀਸ਼ੀਐਂਟ ਪਤਾ ਕਰੋ ਕੁਆਰਟਾਈਲ ਡੈਵੀਏਸ਼ਨ ਦਾ, ਕਿਉਂਕਿ ਅਸੀਂ ਐਬਸੋਲੂਟ ਦੇ ਨਾਲ ਰਿਲੇਟਿਵ ਜਿਹੜੀ ਮੈਜ਼ਰਮੈਂਟ ਵੀ ਕਰ ਰਹੇ ਹਾਂ ਡਿਸਪਰਜ਼ਨ ਦੀ, ਤਾਂ ਇਹ ਆਪਣੇ ਕੋਲ ਸੀ ਐਬਸੋਲੂਟ ਮੈਜ਼ਰਮੈਂਟ ਤੇ ਹੁਣ ਅਸੀਂ ਕਰ ਰਹੇ ਹਾਂ ਰਿਲੇਟਿਵ ਆਪਣੀ ਡਿਸਪਰਜ਼ਨ ਹੈ ਨਾ। ਤਾਂ ਰਿਲੇਟਿਵ ਡਿਸਪਰਜ਼ਨ ਦੇ ਵਿੱਚ ਕੋਫੀਸ਼ੀਐਂਟ ਫਾਈਂਡ ਆਊਟ ਕਰਦੇ ਹਾਂ ਤਾਂ ਕੋਫੀਸ਼ੀਐਂਟ ਆਫ ਕੁਆਰਟਾਈਲ ਡੈਵੀਏਸ਼ਨ ਦਾ ਫਾਰਮੂਲਾ ਹੁੰਦਾ ਜੇ Q3 ਮਾਈਨਸ Q1 ਅਪੋਨ Q3 ਪਲੱਸ Q1 ਦੇ। ਤਾਂ Q3 ਮਾਈਨਸ Q1 ਆਪਣੇ ਕੋਲ ਕਿੰਨਾ ਆ ਚੁੱਕਿਆ, ਉਹ ਆ ਚੁੱਕਿਆ ਆਪਣੇ ਕੋਲ 10 ਤੇ Q3 ਪਲੱਸ Q1 ਆਪਣੇ ਕੋਲ ਕਿੰਨਾ ਆ ਗਿਆ, ਉਹ ਆ ਗਿਆ 42। ਤਾਂ ਇਹਨੂੰ ਕੱਟ ਕੇ ਜੋ ਤੁਹਾਡੇ ਕੋਲ ਡੈਸੀਮਲ ਆਂਸਰ ਆਏਗਾ ਉਹ ਆਪਣਾ ਕੀ ਹੋਵੇਗਾ ਕੋਫੀਸ਼ੀਐਂਟ ਆਫ ਕੁਆਰਟਾਈਲ ਡੈਵੀਏਸ਼ਨ। ਤਾਂ ਇੱਦਾਂ ਬਹੁਤ ਈਜ਼ੀ ਤਰੀਕੇ ਨਾਲ ਅਗਰ ਕੁਐਸਚਨ ਦੇ ਫਾਰਮੂਲੇ ਯਾਦ ਨੇ ਸਾਨੂੰ, ਕਿਉਂਕਿ ਇਹ ਸਾਰੇ ਫਾਰਮੂਲੇ ਨੇ ਕੁਆਰਟਾਈਲ ਡੈਵੀਏਸ਼ਨ, ਮੀਨ ਡੈਵੀਏਸ਼ਨ, ਸਟੈਂਡਰਡ ਡੈਵੀਏਸ਼ਨ, ਪ੍ਰੋਪਰਟੀਜ਼ ਨੇ, ਤਾਂ ਇਹਨਾਂ ਦੇ ਫਾਰਮੂਲੇ ਜਿਹੜੇ ਨੇ ਤੁਸੀਂ ਈਜ਼ੀਲੀ ਜਿਹੜਾ ਯਾਦ ਕਰ ਸਕਦੇ ਹੋ ਜੇ ਤੁਸੀਂ ਪ੍ਰੈਕਟਿਸ ਕਰੋਗੇ। ਨੈਕਸਟ ਹੈ ਸਾਡੇ ਕੋਲ ਮੋਸਟ ਇੰਪੋਰਟੈਂਟ ਟਰਮ ਸਟੈਂਡਰਡ ਡੈਵੀਏਸ਼ਨ। ਸਟੈਂਡਰਡ ਡੈਵੀਏਸ਼ਨ ਦਾ ਜਿਹੜਾ ਫਾਰਮੂਲਾ ਉਸ ਨੂੰ ਯਾਦ ਰੱਖਣ ਦਾ ਇੱਕ ਤਰੀਕਾ ਹੈ ਕਿ ਉਸ ਦਾ ਦੂਸਰਾ ਨਾਮ ਯਾਦ ਰੱਖ ਲਓ ਜੋ ਕਿ ਸਾਡੇ ਕੋਲ ਹੈ ਰੂਟ ਆਫ ਮੀਨ ਆਫ ਸਕੁਏਅਰ ਡੈਵੀਏਸ਼ਨ। ਰੂਟ ਆਫ ਮੀਨ ਆਫ ਸਕੁਏਅਰ ਡੈਵੀਏਸ਼ਨ ਇਹ ਆਪਣੇ ਕੋਲ ਸਟੈਂਡਰਡ ਡੈਵੀਏਸ਼ਨ ਦਾ ਦੂਸਰਾ ਨਾਮ ਹੈ। ਸਟੈਂਡਰਡ ਡੈਵੀਏਸ਼ਨ ਦੀ ਡੈਫੀਨੇਸ਼ਨ ਕੀ ਹੈ, ਕਹਿੰਦੇ ਵੀ ਸਟੈਂਡਰਡ ਡੈਵੀਏਸ਼ਨ ਜੋ ਸਾਡੇ ਕੋਲ ਹੈ ਉਹ ਕੀ ਹੈ, ਸਕੁਏਅਰ ਰੂਟ ਹੈ ਅਰਥਮੈਟਿਕ ਮੀਨ ਦਾ ਆਫ ਸਕੁਏਅਰ ਆਫ ਡੈਵੀਏਸ਼ਨ ਟੇਕਨ ਫਰੋਮ ਮੀਨ, ਤੇ ਜਿਹੜਾ ਇਹਨੂੰ ਰਿਪਰਜੈਂਟ ਕੀਤਾ ਜਾਂਦਾ ਸਿਗਮਾ ਦੇ ਨਾਲ। ਇਹ ਅਸੀਂ ਫਾਰਮੂਲਾ ਲਿਖਤਾ ਸਿਗਮਾ ਇਜ਼ ਇਕੁਅਲ ਟੂ ਸਕੁਏਅਰ ਰੂਟ ਆਫ ਸਮੀਸ਼ਨ xi ਮਾਈਨਸ x ਬਾਰ ਦਾ ਹੋਲ ਸਕੁਏਅਰ ਡਿਵਾਈਡਡ ਬਾਏ ਸਮਾਲ n ਦੇ। ਤਾਂ ਇਹਨੂੰ ਫਾਰਮੂਲੇ ਨੂੰ ਯਾਦ ਕਿਸ ਤਰ੍ਹਾਂ ਰੱਖਣਾ ਹੈ, ਇਹਨੂੰ ਯਾਦ ਰੱਖਣਾ ਜਿਹੜਾ ਆਹ ਫਾਰਮੂਲਾ ਦੇ ਰੱਖੇ ਨਾਮ ਦੇ ਰੱਖਿਆ ਰੂਟ ਆਫ ਮੀਨ ਆਫ ਸਕੁਏਅਰ ਡੈਵੀਏਸ਼ਨ। ਜਿਹੜੀ ਰੂਟ ਆਫ ਮੀਨ ਆਫ ਸਕੁਏਅਰ ਡੈਵੀਏਸ਼ਨ ਹੈ ਇਹਦੇ ਨਾਲ ਹੀ ਅਸੀਂ ਜਿਹੜਾ ਰਜੇ ਫਾਰਮੂਲਾ ਯਾਦ ਰੱਖ ਪਾਵਾਂਗੇ। ਪਹਿਲਾਂ ਕਹਿੰਦੇ ਸਕੁਏਅਰ ਰੂਟ ਕਰੋ, ਸਕੁਏਅਰ ਰੂਟ ਕਰਤਾ, ਫਿਰ ਕਹਿੰਦੇ ਮੀਨ ਪਤਾ ਕਰੋ ਸਕੁਏਅਰ ਡੈਵੀਏਸ਼ਨ ਦਾ। ਮੀਨ ਜਦੋਂ ਅਸੀਂ ਫਾਈਂਡ ਆਊਟ ਕਰਦੇ ਹਾਂ ਤਾਂ ਮੀਨ ਹੁੰਦਾ ਕਿ ਸਮ ਆਫ ਆਲ ਵੈਲਿਊਜ਼ ਡਿਵਾਈਡਡ ਬਾਈ ਨੰਬਰ ਆਫ ਵੈਲਿਊਜ਼। ਤਾਂ ਇੱਥੇ ਅਸੀਂ ਮੀਨ ਫਾਈਂਡ ਆਊਟ ਕਰਨਾ ਸਕੁਏਅਰ ਡੈਵੀਏਸ਼ਨ ਦਾ। ਤਾਂ ਸਕੁਏਅਰ ਡੈਵੀਏਸ਼ਨ ਅਸੀਂ ਪਿੱਛੇ ਟਰਮਸ ਕੀਤੀਆਂ ਸੀ, ਸਕੁਏਅਰ ਡੈਵੀਏਸ਼ਨ ਨੂੰ ਅਸੀਂ ਰਿਪਰਜੈਂਟ ਕੀਤਾ ਸੀਗਾ xi ਮਾਈਨਸ x ਬਾਰ ਦਾ ਹੋਲ ਸਕੁਏਅਰ ਦੇ ਨਾਲ। ਤਾਂ ਸਮ ਆਫ ਮੀਨ ਸਮ ਆਫ ਸਕੁਏਅਰ ਡੈਵੀਏਸ਼ਨ, ਮੀਨ ਦਾ ਮਤਲਬ ਕੀ ਹੈ ਸਮ ਆਫ ਸਕੁਏਅਰ ਡੈਵੀਏਸ਼ਨ ਡਿਵਾਈਡਡ ਬਾਈ ਨੰਬਰ ਆਫ ਸਕੁਏਅਰ ਡੈਵੀਏਸ਼ਨ। ਤਾਂ ਸਕੁਏਅਰ ਡੈਵੀਏਸ਼ਨ ਦਾ ਸਮ ਜਿਹੜਾ ਹੈ ਉਹ ਬਰਾਬਰ ਆ ਜੂ ਸਿਗਮਾ xi ਮਾਈਨਸ x ਬਾਰ ਦੇ ਹੋਲ ਸਕੁਏਅਰ ਦੇ। ਤਾਂ ਇਸ ਤਰ੍ਹਾਂ ਰੂਟ ਆਫ ਮੀਨ ਆਫ ਸਕੁਏਅਰ ਡੈਵੀਏਸ਼ਨ ਦੇ ਨਾਮ ਦੇ ਨਾਲ ਅਸੀਂ ਫਾਰਮੂਲਾ ਯਾਦ ਕਰ ਸਕਦੇ ਹਾਂ। ਹੁਣ ਜਦੋਂ ਅਸੀਂ ਇਹਨੂੰ ਸਕੁਏਅਰ ਨੂੰ ਓਪਨ ਕਰਾਂਗੇ, ਸਕੁਏਅਰ ਨੂੰ ਓਪਨ ਕਰਕੇ ਜਦੋਂ ਅਸੀਂ n ਨੂੰ ਡਿਵਾਈਡ ਕਰਾਂਗੇ ਤਾਂ ਸਾਡੇ ਕੋਲ ਇੱਕ ਸ਼ਾਰਟਕਟ ਹੋਰ ਬਣ ਜਾਏਗਾ ਡੈਟ ਇਜ਼ x i ਸਿਗਮਾ ਸਕੁਏਅਰ ਡਿਵਾਈਡਡ ਬਾਈ n ਮਾਈਨਸ x ਬਾਰ ਦਾ ਹੋਲ ਸਕੁਏਅਰ। ਇਹ ਜਿਹੜਾ ਫਾਰਮੂਲਾ ਹੈ ਸੈਕਿੰਡ ਫਾਰਮੂਲਾ ਜਿਹੜਾ ਆਹ ਫਾਰਮੂਲਾ ਸੇਮ ਹੀ ਹੈ। ਇਹ ਫਾਰਮੂਲਾ ਜਿਹੜਾ ਯੂਜ਼ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ ਕੁਐਸਚਨਸ ਦੇ ਵਿੱਚ। ਕਈ ਵਾਰ ਕੀ ਹੁੰਦਾ ਸਾਨੂੰ ਡਾਇਰੈਕਟ ਜਿਹੜੀ ਹੈ ਉਹ ਨੰਬਰ ਸਮ ਦਿੱਤਾ ਹੁੰਦਾ ਟਰਮਸ ਦਾ ਕਿ ਸਿਗਮਾ xi ਦੇ ਰੱਖਿਆ ਤੁਹਾਨੂੰ ਕਿ ਸਮ ਆਫ ਆਲ ਆਈਟਮਸ ਦੇ ਰੱਖਿਆ ਹੁੰਦਾ ਅਤੇ ਤੁਹਾਨੂੰ ਜਿਹੜਾ ਮੇਨ ਵੀ ਦੇ ਰੱਖਿਆ ਹੁੰਦਾ। ਤਾਂ ਉਸ ਕੇਸ ਦੇ ਵਿੱਚ ਜਿਹੜੀ ਹੈ ਇਹ ਫਾਰਮੂਲਾ ਯੂਜ਼ ਹੋਊਗਾ। ਲੇਕਿਨ ਇਹ ਫਸਟ ਜਿਹੜਾ ਫਾਰਮੂਲਾ ਇਸ ਕੇਸ 'ਚ ਰਜੇ ਜੇ ਮੰਨ ਲਓ ਸਾਨੂੰ ਸਮ ਆਫ ਆਲ ਵੈਲਿਊਜ਼ ਦੇ ਰੱਖਿਆ ਤਾਂ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਸਕੁਏਅਰ ਓਪਨ ਕਰਨਾ ਪੈਣਾ। ਬਹੁਤ ਹੀ ਜ਼ਿਆਦਾ ਲੈਂਥੀ ਕੁਐਸਚਨ ਹੋ ਜੂ। ਤਾਂ ਦੋਨੇ ਹੀ ਜਿਹੜੇ ਨੇ ਇੰਪੋਰਟੈਂਟ ਨੇ। ਇਹ ਜਿਹੜਾ ਫਸਟ ਫਾਰਮੂਲਾ ਇਹ ਉਦੋਂ ਇੰਪੋਰਟੈਂਟ ਹੈ ਜਦੋਂ ਨੰਬਰ ਆਫ ਟਰਮਸ ਦਿੱਤੀਆਂ ਹੁਣ ਅਸੀਂ ਉਹਨਾਂ ਦਾ ਮੀਨ ਫਾਈਂਡ ਆਊਟ ਕਰ ਲਾਂਗੇ, ਫਿਰ ਉਹਦਾ ਸਕੁਏਅਰ ਕਰਕੇ ਇਹਨੂੰ ਡਿਵਾਈਡ ਕਰ ਦਾਂਗੇ n ਦੇ ਨਾਲ। ਸਭ ਤੋਂ ਪਹਿਲਾਂ ਅਸੀਂ ਨੰਬਰ ਆਫ ਟਰਮਸ ਫਾਈਂਡ ਆਊਟ ਕਰਾਂਗੇ, ਉਹਨੂੰ ਮਾਈਨਸ ਕਰਾਂਗੇ ਮੀਨ 'ਚੋਂ, ਸਕੁਏਅਰ ਕਰਕੇ ਫਿਰ ਉਹਨੂੰ ਕੀ ਕਰ ਦਾਂਗੇ ਉਹਦਾ ਐਡ ਕਰ ਦਾਂਗੇ ਸਿਗਮਾ ਕਹਿੰਦਾ, ਅਤੇ ਫਿਰ ਡਿਵਾਈਡ ਕਰ ਦਾਂਗੇ ਨੰਬਰ ਆਫ ਟਰਮਸ ਦੇ ਨਾਲ। ਲੇਕਿਨ ਸੈਕਿੰਡ ਫਾਰਮੂਲਾ ਉਹਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਸਮ ਆਫ ਆਲ ਵੈਲਿਊਜ਼ ਦਿੱਤੀਆਂ ਹੋਣਗੀਆਂ, ਉਹਨਾਂ ਦਾ ਕੀ ਕਰ ਦੇਣਾ ਸਕੁਏਅਰ ਡਿਵਾਈਡ ਕਰ ਦੇਣਾ ਨੰਬਰ ਆਫ ਟਰਮਸ ਦੇ ਨਾਲ ਅਤੇ ਮਾਈਨਸ ਕਰ ਦੇਣਾ ਮੀਨ ਦੇ ਸਕੁਏਅਰ ਦੇ ਨਾਲ। ਤਾਂ ਇਹ ਜਿਹੜਾ ਹੈ ਇਸੇ ਤੋਂ ਹੀ ਬਣਿਆ ਫਾਰਮੂਲਾ। ਇਹ ਸੀਗੀ ਸਾਡੇ ਲਈ ਇੰਡੀਵਿਜੂਅਲ ਸੀਰੀਜ਼। ਜਦੋਂ ਅਸੀਂ ਇੰਡੀਵਿਜੂਅਲ ਸੀਰੀਜ਼ ਦੀ ਗੱਲ ਕਰਦੇ ਹਾਂ, ਇੰਡੀਵਿਜੂਅਲ ਸੀਰੀਜ਼ ਦੇ ਵਿੱਚ ਜਦੋਂ ਅਸੀਂ ਫਾਈਂਡ ਆਊਟ ਕਰਾਂਗੇ
ਸਟੈਂਡਰਡ ਡੈਵੀਏਸ਼ਨ ਨੂੰ ਤਾਂ ਉਹ ਇਸ ਤਰ੍ਹਾਂ ਫਾਈਂਡ ਆਊਟ ਕਰਾਂਗੇ ਇਹਨਾਂ ਫਾਰਮੂਲੇਜ਼ ਦੀ ਹੈਲਪ ਦੇ ਨਾਲ, ਜਿਹੜੇ ਆਹ 2 ਫਾਰਮੂਲੇਜ਼ ਅਸੀਂ ਲਿਖੇ ਸੀਗੇ। ਪਰ ਜਦੋਂ ਅਸੀਂ ਗੱਲ ਕਰਾਂਗੇ ਡਿਸਕ੍ਰੀਟ ਸੀਰੀਜ਼ ਦੀ, ਡਿਸਕ੍ਰੀਟ ਸੀਰੀਜ਼ ਦੇ ਵਿੱਚ ਅਸੀਂ ਸਟੈਂਡਰਡ ਡੈਵੀਏਸ਼ਨ ਫਾਈਂਡ ਆਊਟ ਕਰਨ ਲਈ ਅਗਰ ਗੱਲ ਕਰੀਏ ਆਪਣੇ ਕੋਲ डिस्क्रीट सीरीज़ आ जाए या फिर ग्रुप्ड सीरीज़ आ जाए, कोई भी डिस्क्रीट या फिर ग्रुप्ड सीरीज़, तो उस केस दे विच असी जिहड़ा है स्टैंडर्ड डेविएशन या फिर असी जिहड़ा इहदा दूसरा नाम रखा सी रूट मीन स्केयर डेविएशन, रूट मीन स्केयर डेविएशन किस तरह फाइंड आउट करांगे। उस केस दे विच रजे सेम ही अपने कोल तुहानूं पता है कि ये नाम तो ही जिहड़ा फार्मूला बनना है, नाम की है रूट ऑफ मीन ऑफ स्केयर डेविएशन। तो सब तो पहला असीं की लिखांगे स्केयर रूट, फिर असीं मीन पता करांगे किहदा स्केयर डेविएशन दा, किहड़ी सीरीज़ दे विच, ग्रुप्ड सीरीज़ दे विच या फिर डिस्क्रीट सीरीज़। तो सानूं पता जदों असीं मीन फाइंड आउट करदे हुंदे सी ग्रुप्ड या डिस्क्रीट सीरीज़ दे विच असीं एक टर्म फाइंड आउट करदे हुंदे सी FI डिवाइडेड बाय XI, ये असीं फाइंड आउट करदे हुंदे सीगे। तो मीन फाइंड आउट करदे हां असीं FI नूं नंबर ऑफ आइटम्स दा मल्टीप्लाई करके डिवाइडेड करके टोटल फ्रीकुएंसी जिसनों असी सिग्मा FI कहा सी, या फिर कैपिटल N का नाम भी दे सकते हैं। तो हुण इस केस दे विच साडा रूट ऑफ मीन ऑफ स्केयर डेविएशन या फिर स्टैंडर्ड डेविएशन इन ग्रुप्ड सीरीज़ वो बन जू रजे सिग्मा FI XI माइनस X बार ਉਹਦਾ होल स्केयर, क्योंकि असी स्केयर डेविएशन फाइंड आउट कर रहे हैं। मीन कहता FI ना मल्टीप्लाई कर दो, तो स्केयर डेविएशन कहता XI माइनस X बार का होल स्केयर लिख दो, तो डिवाइडेड बाय कितना आ जाना अपने को सिग्मा ऑफ FI। तो ये उस केस दे विच है जदों असी डिस्क्रीट या फिर ग्रुप्ड सीरीज़ दे विच फाइंड आउट करना है स्टैंडर्ड डेविएशन नूं। ते इत्थे उपर टर्म्स भी जिहड़ियां मैंशन कीतियां सी मैं, टर्म्स की सब तो पहला X बार रिप्रजेंट कर रहा एक्चुअल फ्रीकुएंसी नूं, XI रिप्रजेंट कर रहा साइज़ ऑफ आइटम, जिहड़ियां साडे कोल नंबर ऑफ टर्म्स दे रखियां ने उन्हां नूं इंडिविजुअली, FI रिप्रजेंट कर रहा फ्रीकुएंसी नूं, कैपिटल N रिप्रजेंट कर रहा सम ऑफ आल फ्रीकुएंसी नूं। तो ये बेसिक टर्म्स सीगियां जदों असीं फाइंड आउट करना है स्टैंडर्ड डेविएशन नूं। एक एग्जाम्पल करके देख लैंदे आ। नैक्सट साडे कोल एग्जाम्पल है, एग्जाम्पल के नाल समझते हैं। कहते फाइंड द स्टैंडर्ड डेविएशन ऑफ द फॉलोइंग डाटा, सानू डाटा दे रखा, ਇਹਦਾ ਅਸੀਂ ਕੀ फाइंड आउट करना स्टैंडर्ड डेविएशन। तो स्टैंडर्ड डेविएशन फाइंड आउट करने वास्ते सब तो पहला सानू फार्मूले का पता होना चाहिए। ये स्टैंडर्ड डेविएशन डाटा पता करना अबाउट मीन दे। तो अबाउट मीन दे ते साडे कोल सीरीज़ किहड़ी दे रखी है, ये दे रखी है इंडिविजुअल सीरीज़। तो इंडिविजुअल सीरीज़ वास्ते सिग्मा साडे कोल बराबर हुंदा है सिग्मा इज इक्वल टू स्केयर रूट ऑफ XI माइनस X बार दा होल स्केयर, तो ਉਹਦਾ ਸਮੀਸ਼ਨ ਤੇ डिवाइडेड बाय नंबर ऑफ टर्म्स दे। तो हुण सानू एक तो XI चाहिए तो एक X बार चाहिए, कहने का मतलब मीन चाहिए। तो फिर उन्होंने जदों असी XI चो माइनस कर देंगे तो फिर अपने को ਉਹਦਾ स्केयर करके जो ਉਹਦਾ सम आएगा उन्होंने डिवाइड करके N दे नाल ते स्केयर रूट फाइंड आउट कर लाँगे तो साढ़े को स्टैंडर्ड डेविएशन आ जूगी। काफ़ी डिफिकल्ट लग रहा लेकिन देखते जाओ बहुत ही ज़्यादा ईजी है। सब तो पहला रजे सानू पता है कि टर्म्स पता करनी है, वो पता करनी है XI माइनस X बार, लेकिन साढ़े कोल X बार यानी कि मीन जो असी कैलकुलेट करांगे, मीन जिहड़ा है साढ़े कोल एक्चुअल मीन है जिहड़ा कि सम ऑफ आल वैल्यूज़, कहने का मतलब सिग्मा XI डिवाइडेड बाय नंबर ऑफ वैल्यूज़ दे। तो जो असी कैलकुलेट करांगे तो मीन साढ़े कोल आ जाएगा 6 के बराबर। हुण असी की करांगे XI माइनस X बार, मतलब हर टर्म दे विचों 6 माइनस करते जावांगे, है ना। तो जो असी 6 माइनस करांगे 2 दे विचों तो अपने कोल आजू -4, फिर -3, -2, 1, फिर आजू अपने कोल 2, फिर 3, तो फिर अपने कोल आजू 3 के बराबर। हुण असी फाइंड आउट करना XI माइनस X बार दा होल स्केयर, क्योंकि सानू पता है स्टैंडर्ड डेविएशन की हुंदा अपने कोल रूट ऑफ मीन ऑफ स्केयर डेविएशन, रूट ऑफ मीन ऑफ स्केयर डेविएशन। तो सानू पता है स्केयर डेविएशन किहनूं रिप्रजेंट करता है XI माइनस X बार दे होल स्केयर नूं, ते मीन की हुंदा है सम ऑफ आल स्केयर डेविएशन डिवाइडेड बाय नंबर ऑफ स्केयर डेविएशन। इत्थों असीं फार्मूला बनाया सी। तो फार्मूला दोबारा नहीं रिपीट करते, क्योंकि तुसीं एक बार खुद जान लिखना है, समझ के जान के उस फार्मूले नूं। XI माइनस X बार दा होल स्केयर बराबर आजू रजे 16 दे 9 दे 4 दे 1 दे 4 दे ते 9 ते 9 दे। मैं की कीता जस्ट इहदा की कीता स्केयर करदा गया। हुण साडे कोल सारियां टर्म्स इत्थे जिहड़ियां बन चुकियां ने, तो असीं फार्मूले दे विच वैल्यू सबस्टिट्यूट कर दांगे तो साडे कोल सिग्मा आ जाऊगा रजे
तो सिग्मा की है अपने को समੀਸ਼ਨ सम ऑफ एक्स आई माइनस एक्स बार दी होल स्केयर। सो इत्थे असीं जिहड़ा है इहदा सम फाइंड आउट कर लांगे। ये अपने को की आजू सिग्मा एक्स आई माइनस एक्स बार दा होल स्केयर किन्ने बराबर आजू जो असीं सम करांगे ये आजू अपने को 52 दे इक्वल। तो हुण इत्थे असीं की लिखांगे डायरैक्ट लिखांगे 52 डिवाइडेड बाय नंबर ऑफ टर्म्स जो कि 7 ने। इनू जो सॉल्व करोगे तो तुहाडे कोल आंसर आ जाऊगा लगभग 2.72 आ जाऊगा। तो इस तरह असीं जिहड़ा स्टैंडर्ड डेविएशन फाइंड आउट कर सकते हैं इंडिविजुअल सीरीज़ वास्ते। नैक्सट आ राजे साडे कोल एग्जाम्पल नंबर 2। एग्जाम्पल 2 दे विच सानूं क्या गया कहंदे सैट ऑफ 5 वैल्यूज़, 5 वैल्यूज़ ने साडे कोल टोटल जिहदा मीन दे रखा है, मतलब एक्स बार कितना दे रखा है 2 दे रखा है। तो कहते सम ऑफ स्केयर ऑफ डैट वैल्यूज़ वो भी सानू दे रखा है 65। इसका की मतलब है सम ऑफ स्केयर्स ऑफ वैल्यूज़ इज इक्वल टू 65। ਇਹਦਾ की मतलब है, ਇਹਦਾ मतलब है ਸਮੀਸ਼ਨ ऑफ एक्स आई स्केयर सानू दे रखा है 65। सम ऑफ स्केयर ऑफ वैल्यूज़ मतलब सम करांगे जो वैल्यू का स्केयर करके तो साढ़े को 65 वैल्यू आऊगी। तेरा मतलब सिग्मा एक्स आई स्केयर 65 दे रखा है। तो एन कितना दे रखा है, वो दे रखा है 5। हुण आपां तां जद कि फार्मूला पढ़ियागा एक्स आई माइनस एक्स बार द होल स्केयर द समੀਸ਼ਨ डिवाइडेड बाय एन ਉਹਦਾ स्केयर रूट ਅਸੀਂ आ फार्मूला पढ़िया सी। तो ये राजे हुण साडे कोल सिग्मा एक्स आई स्केयर अलग करके लिखे नहीं, तो इस करके वो दूसरा जिहड़ा फार्मूला असीं पढ़िया सीगा, दूसरा फार्मूला असीं पढ़िया सी आवला। इसे लिए ये फार्मूला इंपॉर्टेंट है क्योंकि डायरैक्ट कई बार साडे कोल सम ऑफ स्केयर ऑफ वैल्यूज़ दे देंदे ने, उस टाइम ते सानू नहीं तो अगर इस फार्मूले की वरतों करांगे तो ये सानू की है स्केयर खोलना पैना है। स्केल खोल के फिर जाके इनू सॉल्व करके यही टर्म जी अपने कोल बन जाएगी। तो डायरैक्ट इनू याद रखना है। डायरैक्ट हुण आपां फार्मूला इत्ते लिखांगे तो अपने कोल आ गया राजे की आ गया वैल्यू आ गई, इधर किधर गया भज गया। तो अपने कोल स्टैंडर्ड डेविएशन कितना आ गया, वो आ गया स्केयर रूट ऑफ सिग्मा एक्स आई स्केयर डिवाइडेड बाय एन माइनस एक्स बार दा स्केयर। ये असी स्टैंडर्ड डेविएशन का फार्मूला याद रखना है। हुण वैल्यू सबसीट्यूट कर देंगे तो सिग्मा अपने को या फिर स्टैंडर्ड डेविएशन कितना आजू, वो आ जाऊगा अपने को 65 डिवाइडेड बाय 5 माइनस अपन कि दे रखे 2 दे रखे मीन माइनस 4। तो आंसर कितना आ गया अपने को 65/5 आ गया अपने को 13। तो 13 माइनस 4 अपने को आ गया राजे 9। तो स्केयर रूट ऑफ 9 कितना आ गया 3। तो अपने को स्टैंडर्ड डेविएशन कितना आ गया 3 आ गया। हुण अपने को कुछ इंपॉर्टेंट शॉर्टकट्स दे रखे ने। शॉर्टकट्स फस्ट शॉर्टकट दे रखे है, बहुत ही ज़्यादा यूज़ होंगे ने, इंपॉर्टेंट ने शॉर्टकट्स। तो पहला शॉर्टकट है कहते स्टैंडर्ड डेविएशन ऑफ फस्ट एन नैचुरल नंबर इज इक्वल टू स्केयर रूट ऑफ 1/12 एन स्केयर माइनस 1। कहते जो सूँ लगातार किसी नैचुरल नंबर का जिहड़ा स्टैंडर्ड डेविएशन पूछ लिता जाए। एग्जाम्पल ला समझते हैं, सपोज सानू कह दें कि फाइंड द स्टैंडर्ड डेविएशन ऑफ फस्ट 7 नैचुरल नंबर्स। अगर सूँ इस तरह कह दें कि स्टैंडर्ड डेविएशन पता करो पहले 7 नंबरों का, राजे फस्ट एन मतलब लगातार होने चाहिए है। इदा नहीं कि तुसी फस्ट मतलब पहले तो 1 2 3 4 5 6 7, इत्थे भी कह सकते सी कि फस्ट 9 नैचुरल नंबर, फस्ट 11 नैचुरल नंबर, तो उस भी ये फार्मूला वैलिड होंदा है। लेकिन अगर सूँ ये कह दें कि फाइंड द स्टैंडर्ड डेविएशन ऑफ नंबरस दिस सीरीज़ दी होवे तो उत्थे ये फार्मूला नहीं लगाना। जिवें असीं हुण इंडिविजुअल सीरीज़ का कीता तो इंडिविजुअल सीरीज़ दे विच इंडिविजुअल सीरीज़ वाला ही फार्मूला लगाना। ये शॉर्टकट सिर्फ उत्थे यूज़ हो जिथे फस्ट एन नैचुरल नंबर की गल की गई है, चाहे वो पहले 9 हो, पहले 12 नैचुरल नंबर हो, पहले 8 नैचुरल नंबर हो। तो इन्हों का फार्मूला की है स्केयर रूट ऑफ 12 1/12 एन मतलब किन्नी एन की वैल्यू अपने दे रखी है 7। यह आजू 49 माइनस 1 कितना आंसर आ गया अपने को स्केयर रूट 48/12 आ गया। तो ये आ गया अपने को स्केयर रूट ऑफ कितना आ गया 4, आंसर आ गया 2। तो स्टैंडर्ड डेविएशन ऑफ 7 नैचुरल नंबर फस्ट 7 नैचुरल नंबर अपने को कितना है 2 है। तो जे हुण पुछ लैन अपने को स्टैंडर्ड डेविएशन फाइंड स्टैंडर्ड डेविएशन ऑफ फस्ट 5 नैचुरल नंबर, पहले 5 नैचुरल नंबर का कह दें वो बराबर होगा अपने को इत्थे जे कर लेने स्केयर रूट ऑफ 1/12 25 माइनस 1। ये आ गया अपने को 1/12
इंटू 24 ये आ गया अपने कोल स्केयर रूट ऑफ 2। तो पहले 5 नैचुरल नंबर का जो स्टैंडर्ड डेविएशन है वो है अपने कोल स्केयर रूट 2 है। पहले 7 नैचुरल नंबर का स्टैंडर्ड डेविएशन है वो अपने कोल कितना हैगा 2 है। नैक्सट साडे कोल है सैकेंड प्रॉपर्टी। सैकेंड प्रॉपर्टी जिहड़ी है वो लागू होंदी है जदों आपां नूं AP सीरीज़ दित्ती होवे अर्थमैटिक प्रोग्रैशन। हुण इस केस दे विच साडे कोल फर्स्ट टर्म की है ए है तो डिफरेंस जोड़ा वो अपने को की है D। लेकिन जो असी फॉर्मूला लिखांगे स्टैंडर्ड डेविएशन ऑफ अर्थमैटिक प्रोग्रैशन तो जो वो बराबर होगा मॉडुलस ऑफ D स्केयर रूट ऑफ बाकी जो फॉर्मूला सेम असी आही यूज़ करना है, सिर्फ स्केयर रूट ऑफ D यूज़ किया है। स्केयर रूट ऑफ D यूज़ तां कीता है कि मान लो डिफरेंस तुहाडे कोल -3 आ जाए तो तुसी उस केस दे विच इहदा मॉडुलस लैना गा जदों असी स्टैंडर्ड डेविएशन फाइंड आउट करनी है। एक एग्जाम्पल लैके भी असी इनू फाइंड आउट कर सकते हैं। कहते सपोज कहते तुहानूं कह देन फाइंड द स्टैंडर्ड डेविएशन ऑफ फर्स्ट सपोज तुहानूं कह देन फर्स्ट आपां फाइंड आउट करना है N ईवन नैचुरल नंबर का असी जिहड़ा फाइंड आउट करना स्टैंडर्ड डेविएशन। हुण N ईवन नैचुरल नंबर फर्स्ट देखो लगातार पहले तो लैके ईवन नैचुरल नंबर साढ़े कोल हो गए 2 4 6 8 है ना, ये सारे साढ़े कोल ईवन नैचुरल नंबरस हो गए। लेकिन 2 तो स्टार्ट होना चाहिए पहले ईवन नैचुरल नंबर N तिकर। तो इन्हां दा जिहड़ा फार्मूला होगा वो बराबर होगा अपने कोल। तो इस केस दे विच अपने कोल D की वैल्यू कितनी है, D की वैल्यू अपने कोल हैगी है 2, क्योंकि 4 - 2 2 आ रहा, 6 - 4 अपने कोल 2 आ रहा है। तो कॉमन डिफरेंस अपने कोल कितना आ रहा है 2। तो इस फार्मूले दे विच असी इनू यूज़ करांगे तो आ जाऊगा अपने कोल 2 का मॉडुलस मैगनीट्यूड ऑफ 1/12 तो अपने कोल की आ गया N² - 1। तो उस केस च अपना ये फार्मूला बन जू। जो अपन कह दें पहले 12 ईवन नंबर का पता करो तो इत्थे N की जगह तो की लिखांगे 12 तो 144 - 1 तो डिवाइडेड बाय 12 वो अपने को क्या जू आंसर। ये जोड़े यहो ਜਿਹੇ क्वेश्चन ने इन्हों के जोड़ा ज़्यादा स्केयर रूट सॉल्व नहीं करना होंदा, जस्ट डायरैक्ट आंसर ही थोड़े अगर क्वेश्चन आ जाए थोनों कि फाइंड द फर्स्ट 12 ईवन नैचुरल नंबर का स्केयर रूट करना है तो वह जो स्केयर रूट ऑफ 2 मॉडुलस ऑफ 2 1/12 12 स्केयर -1 इत्थे ही आंसर थोनों ऑप्शन च दिता होना है। तो इस तरह जो तुम फाइंड आउट कर सकते हो स्टैंडर्ड डेविएशन। ये शॉर्टकट्स ने याद रह जान वधिया गल है, नहीं तो तुम डायरैक्ट जो इंडिविजुअल सीरीज़ या फिर अपने को ग्रुप या डिस्क्रीट सीरीज़ आ जाए उन्हों का इस्तेमाल करके भी यूज़ करके कर सकते हो। नैक्सट है साढ़े को स्टैंडर्ड डेविएशन ऑफ 2 नंबरस A एंड B। 2 नंबर के अगर फाइंड आउट करना हो स्टैंडर्ड डेविएशन वह फार्मूला होंगे मॉडुलस ऑफ A - B डिवाइडेड बाय की आ जाता 2। एग्जाम्पल लैके देखते हैं। कहते फाइंड द स्टैंडर्ड डेविएशन ऑफ 10 एंड 18। ये 10 तो 18 का स्टैंडर्ड डेविएशन पता करना है तो वह बराबर होगा 10 मॉडुलस -18 डिवाइडेड बाय 2। तो ये आ गया अपने कोल 8/2 4 आ गया। तो स्टैंडर्ड डेविएशन जोड़ा शॉर्टकट्स के नाल कढ़ना ईजी है, नहीं तो असी इत्थे की करना सीगा असी फॉर्मूला यूज़ करना सीगा सिग्मा xi - x बार दा होल स्केयर समीशन डिवाइडेड बाय नंबर ऑफ टर्म्स। नंबर ऑफ टर्म्स कितनी अपने कोल 2। फिर असी फाइंड आउट करना सी इन्हां दा मीन किवें फाइंड आउट करते 10 + 18। अगर गल करा जोड़े अपने फार्मूले ने स्टैंडर्ड फार्मूले ने ये तो अपने को की है शॉर्टकट है ना, अवला तो ये शॉर्टकट है। अगर असी नॉर्मल फार्मूले ना फाइंड आउट करना है तो सब तो पहला सानू नंबर ऑफ वैल्यूज़ जी 2 लिखना पैना, फिर x बार फाइंड आउट करना पैना है, फिर x बार फाइंड आउट करके xi चो माइनस करके फिर स्केयर करना पैना, फिर उन्होंने सम करना पैना है, फिर एन डिवाइड करके फिर स्केयर रूट। तो बहुत लेंथी हो जाता जे 2 नंबर लिए आवे स्टैंडर्ड डेविएशन फाइंड आउट करना तो वह डायरैक्ट जो साढ़े को की है फार्मूला स्केयर रूट ऑफ मॉडुलस ऑफ A - B डिवाइडेड बाय 2। तो यहो ਜਿਹੇ क्वेश्चन जोड़े टैसट के भी आउणगे तुहाडे कोल जिन्ना जी स्टैंडर्ड डेविएशन है ये प्रॉपर्टी की बहुत ज़्यादा वरतों होंदी है एग्जाम के क्वेश्चनस दे विच। नैक्सट है साढ़े कोल कोफिशिएंट ऑफ स्टैंडर्ड डेविएशन। कोफिशिएंट ऑफ स्टैंडर्ड डेविएशन साढ़े कोल बराबर होंदा है सिग्मा अपॉन x बार दे। तो सिग्मा साढ़े कोल की है स्टैंडर्ड डेविएशन। पहला स्टैंडर्ड डेविएशन पता कर लो, फिर उन्होंने मीन दे नाल एक्चुअल मीन दे नाल डिवाइड कर दो तो अपने कोल की आजू कोफिशिएंट आजू स्टैंडर्ड डेविएशन का। उस तो बाद अपने कोल वेरीएशन या फिर वेरीएशन की गल करिए या फिर वेरीएंस की गल करिए, ये भी अपने कोल की है एक तरह की एब्सोलूट साढ़े कोल मैजरमेंट है। तो वेरीएंस की है साढ़े कोल वेरीएंस इट इज़ डिफाइंड एज स्केयर ऑफ
square of standard deviation and it is denoted by सिग्मा स्केयर। कुछ नहीं है जी, सिग्मा ਆਪਾਂ ਨੂੰ ਪਤਾ ਕਿਹਦੇ ਬਰਾਬਰ ਹੈ, ਸਕੇਅਰ ਰੂਟ ਆਫ ਸਮੀਸ਼ਨ ਐਕਸ ਆਈ ਮਾਈਨਸ ਐਕਸ ਬਾਰ ਦਾ ਹੋਲ ਸਕੇਅਰ ਡਿਵਾਈਡਡ ਬਾਈ ਐਨ ਦੇ, ਅਤੇ ਸਿਗਮਾ ਸਕੇਅਰ ਆਪਣੇ ਕੋਲ ਕੀ ਹੈ, ਵੇਰੀਏਸ਼ਨ ਜਾਂ ਵੇਰੀਐਂਸ, ਜਿਸ ਦੇ ਫਾਰਮੂਲਾ ਆ ਗਿਆ ਐਕਸ ਆਈ ਮਾਈਨਸ ਐਕਸ ਬਾਰ ਦਾ ਹੋਲ ਸਕੇਅਰ ਡਿਵਾਈਡਡ ਬਾਈ ਐਨ। ਅਤੇ ਕੋਫੀਸ਼ੈਂਟ ਅਗਰ ਗੱਲ ਕਰੀਏ, ਕੋਫੀਸ਼ੈਂਟ ਆਫ ਵੇਰੀਐਂਸ ਦੀ ਗੱਲ ਕਰੀਏ ਤਾਂ ਉਹ ਬਰਾਬਰ ਹੈ ਆਪਣੇ ਕੋਲ, ਜਿਸ ਨੂੰ ਅਸੀਂ ਸੀ ਵੀ ਲਿਖ ਸਕਦੇ ਹਾਂ, ਕੋਫੀਸ਼ੈਂਟ ਆਫ ਵੇਰੀਏਸ਼ਨ, ਉਹ ਬਰਾਬਰ ਆਪਣੇ ਕੋਲ ਸਿਗਮਾ ਅਪੋਨ ਐਕਸ ਬਾਰ ਦੀ ਮਲਟੀਪਲਾਈ ਅਗਰ 100 ਨਾਲ ਕਰ ਦਾਂਗੇ। ਕਹਿਣ ਦਾ ਮਤਲਬ ਹੈ ਕਿ ਅਸੀਂ ਕੋਫੀਸ਼ੈਂਟ ਆਫ ਸਟੈਂਡਰਡ ਡੈਵੀਏਸ਼ਨ ਦੀ ਪਰਸੈਂਟੇਜ ਪਤਾ ਕਰ ਲਾਂਗੇ ਤਾਂ ਉਹ ਆਪਣੇ ਕੋਲ ਕੀ ਆ ਜਾਊਗਾ, ਵੇਰੀਐਂਸ ਆ ਜਾਊਗਾ। ਅਤੇ ਵੇਰੀਐਂਸ ਕੀ ਹੁੰਦਾ, ਆਲਵੇਜ਼ ਹੁੰਦਾ ਇਨ ਪਰਸੈਂਟੇਜ, ਇਹ ਪਰਸੈਂਟੇਜ 'ਚ ਮੈਜ਼ਰ ਕੀਤਾ ਜਾਂਦਾ ਹਮੇਸ਼ਾ ਵੇਰੀਐਂਸ। ਤਾਂ ਇਹ ਤਾਂ ਸੀ ਸਾਡੇ ਕੋਲ ਅੱਜ ਦਾ ਲਾਸਟ ਚੈਪਟਰ। ਤਾਂ ਇਸ ਤੋਂ ਬਾਅਦ ਮੈਂ ਜਿਹੜੇ ਅਸਾਈਨਮੈਂਟ ਦੇ ਕੁਐਸਚਨ ਨੇ ਉਹ ਵੀ ਅਪਲੋਡ ਕਰ ਦੂੰਗਾ। ਕੱਲ੍ਹ ਤੁਹਾਡਾ ਹੋਵੇਗਾ ਟੈਸਟ 3 ਵਜੇ, ਸਟੈਟਿਸਟਿਕ ਚੈਪਟਰ ਦਾ ਤਿਆਰੀ ਕਰਨੀ ਹੈ। ਧੰਨਵਾਦ।